ਗੁਜਰੀ ਜੁਤ ਸ੍ਰੀ ਨਾਨਕੀ ਤਿਨ ਟਿਕ ਸਤਿਗੁਰ ਜਾਏ। ਮਾਤਾ ਗੁਜਰੀ ਤੇ ਮਾਤਾ ਨਾਨਕੀ ਜੀ ਬੈਠੇ ਸਨ। ਉਹਨਾਂ ਦੇ ਕੋਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਹੁੰਚੇ ਹਨ। ਕਿਤ ਸੰਸਕਾਰ ਹੈ ਗੁਰੂ ਸਿਰ ਬੂਝਿਓ ਜਿਮ ਬਨ ਆਏ। ਮਹਾਰਾਜ ਸੱਚੇ ਪਾਤਸ਼ਾਹ ਆਪਣੀ ਦਾਦੀ ਨੂੰ ਤੇ ਆਪਣੀ ਮਾਤਾ ਨੂੰ ਪੁੱਛਦੇ ਨੇ, ਮਾਤਾ ਜੀ ਦੱਸੋ ਸਲਾਹ, ਗੁਰਮਤਾ ਕਰੀਏ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਦਾ ਸੰਸਕਾਰ ਕਿੱਥੇ ਕਰਨਾ ਹੈ। ਸਵਈਆ ਬ੍ਰਿੰਦ ਮਸੰਦ ਕਹਿਓ ਕਰ ਬੰਦ। ਬਹੁਤ ਸਾਰੇ ਮਸੰਦਾਂ ਨੇ ਹੱਥ ਜੋੜ ਕੇ ਆਖਿਆ ਗੁਰੂ ਹਰਗੋਬਿੰਦ ਜੀ ਸੰਸਕਾਰੇ। ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਉਹਨਾਂ ਦਾ ਸੰਸਕਾਰ ਕੀਰਤਪੁਰ ਸਾਹਿਬ ਪਤਾਲਪੁਰੀ ਵਿਖੇ ਹੋਇਆ ਹੈ। ਤਾਂ ਦਿਨ ਤੇ ਗਨ ਸੋਢਨ ਬੰਸ। ਜਿਸ ਦਿਨ ਦਾ ਉਹਨਾਂ ਦਾ ਸੰਸਕਾਰ ਸ੍ਰੀ ਕੀਰਤਪੁਰ ਸਾਹਿਬ ਦਰਿਆ ਦੇ ਕੰਢੇ ਤੇ ਪਤਾਲਪੁਰੀ ਹੋਇਆ ਹੈ, ਉਸ ਦਿਨ ਤੋਂ ਸੋਢੀਆਂ ਦੇ ਸਾਰੇ ਹੀ ਸੰਸਕਾਰ ਉੱਥੇ ਹੁੰਦੇ ਆ ਰਹੇ ਹਨ। ਸਭੈ ਪੁਰ ਕੀਰਤ ਕੀਰ ਮਝਾਰੇ। ਕੀਰਤਪੁਰ ਸਾਹਿਬ ਵਿੱਚ ਹੀ ਬੜੇ ਬੜੇ ਮਹਾਨ ਮਹਾਂਪੁਰਸ਼ਾਂ ਦੇ ਸੰਸਕਾਰ ਹੁੰਦੇ ਨੇ। ਬਾਬਾ ਜੀ ਗੁਰਦਿੱਤਾ ਜੀ, ਬਾਬਾ ਸੂਰਜਮਲ ਜੀ ਆਦਿਕ ਉੱਥੇ ਹੀ ਚੋਲਾ ਛੱਡਿਆ ਹੈ। ਜੋ ਮਰਜੀ ਆ ਬਰਾਬਰ ਕੀ। ਹੁਣ ਜਿਵੇਂ ਆਪ ਜੀ ਦੀ ਮਰਜ਼ੀ ਹੋਵੇ ਕਰੀਏ ਤਿਮ ਆਛੈ ਬੁੱਧ ਵਿਚਾਰੇ। ਉਵੇਂ ਕਰ ਲਓ, ਪਰ ਜ਼ਿਆਦਾ ਜੋ ਪਰੰਪਰਾ ਚਲੀ ਆ ਰਹੀ ਹੈ ਕਾਫੀ ਸਮੇਂ ਤੋਂ, ਉਹ ਇਹੀ ਹੈ ਕਿ ਗੁਰੂ ਮਹਾਰਾਜ ਦੇ ਪਰਿਵਾਰ ਦੇ ਸੰਸਕਾਰ ਪਤਾਲਪੁਰੀ ਹੁੰਦੇ ਹਨ। ਸ੍ਰੀ ਗੁਜਰੀ ਸੁਣ ਕਹਿ ਤਿਨ ਤੇ। ਮਾਤਾ ਗੁਜਰੀ ਜੀ ਉਹਨਾਂ ਤੋਂ ਸੁਣ ਕੇ ਮਸੰਦਾਂ ਤੋਂ ਕਹਿਣ ਲੱਗੇ, ਨਹਿ ਮਾਨਤ ਭੀ ਮੁਖ ਬਾਕ ਉਚਾਰੇ। ਨਹੀਂ, ਉੱਥੇ ਸੰਸਕਾਰ ਨਹੀਂ ਕਰਨਾ। ਗੁਰੂ ਸਾਹਿਬ ਦੀ ਇਹ ਨਗਰੀ ਹੈ, ਆਨੰਦਪੁਰ ਵਸਾਇਆ ਹੈ, ਇੱਥੇ ਹੀ ਮਹਾਰਾਜ ਦਾ ਸੰਸਕਾਰ ਕੀਤਾ ਜਾਵੇ ਤਾਂ ਠੀਕ ਰਹੇਗਾ। ਔਰਨ ਕੋ ਨਾ ਰਚਿਓ ਪੁਰ ਕੋ। ਹਾਂ, ਕਿਉਂਕਿ ਜਿਨ੍ਹਾਂ ਦੇ ਸੰਸਕਾਰ ਗੁਰੂ ਹਰਗੋਬਿੰਦ ਸਾਹਿਬ ਤੋਂ ਬਾਅਦ ਕੀਰਤਪੁਰ ਹੋਏ ਨੇ, ਉਹ ਉੱਥੋਂ ਦੇ ਰਹਿਣ ਵਾਲੇ ਸਨ। ਉਹਨਾਂ ਨੇ ਕੋਈ ਆਪਣਾ ਵੱਖਰਾ ਨਗਰ ਨਹੀਂ ਸੀ ਵਸਾਇਆ। ਇਸ ਕਾਰਨ ਤੇ ਤਹਿਲੇ ਸੰਸਕਾਰੇ। ਇਸ ਕਾਰਨ ਕਰਕੇ ਉਹਨਾਂ ਦੇ ਸੰਸਕਾਰ ਕੀਰਤਪੁਰ ਵਿੱਚ ਹੋਣੇ ਜਾਇਜ਼ ਹਨ, ਪਰ ਗੁਰੂ ਤੇਗ ਬਹਾਦਰ ਸਾਹਿਬ ਨੇ ਤਾਂ ਆਪਣਾ ਵੱਖਰਾ ਨਗਰ ਸ੍ਰੀ ਅਨੰਦਪੁਰ ਸਾਹਿਬ ਆਬਾਦ ਕੀਤਾ ਹੈ। ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਦਾ ਸੰਸਕਾਰ ਇੱਥੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਹੀ ਹੋਣਾ ਜਾਇਜ਼ ਹੈ। ਇਹ ਜਿਸ ਕਾਲ ਲਈ ਗੁਰਤਾ। ਇਹ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰੂ ਬਣੇ ਸਨ, ਤਜ ਪੂਰਬ ਬਾਸ ਉਠੇ ਉਰ ਧਾਰੇ। ਇਹਨਾਂ ਨੇ ਪਹਿਲੇ ਟਿਕਾਣੇ ਸਾਰੇ ਹੀ ਛੱਡ ਦਿੱਤੇ। ਬਾਬਾ ਬਕਾਲਾ ਵੀ ਛੱਡਤਾ, ਫਿਰ ਕੀਰਤਪੁਰ ਵੀ ਆਏ, ਉੱਥੇ ਰਹੇ ਨਹੀਂ, ਉਹ ਵੀ ਛੱਡ ਦਿੱਤਾ। ਈਰਖਾ ਧਾਰ ਸ਼ਰੀਕ ਰਹੈ ਇਹ ਸੋਚ ਕੇ ਵੀ ਸਾਡੇ ਸ਼ਰੀਕ, ਸਾਡੇ ਭਰਾ, ਸਾਡੇ ਭਤੀਜੇ ਜਾਂ ਹੋਰ ਸੋਢੀ ਸਾਡੇ ਨਾਲ ਈਰਖਾ ਨਾ ਕਰਨ। ਕੋਲ ਰਹਿਣ ਤੋਂ ਵਿਵਾਦ ਹੁੰਦਾ ਹੈ, ਕੋਲ ਰਹਿਣ ਤੋਂ ਝਗੜੇ ਹੁੰਦੇ ਹਨ, ਦੂਰ ਰਹਿਣ ਵਿੱਚ ਭਲਾਈ ਸੋਚੀ ਹੈ। ਇਹ ਨੀਕ ਨਹੀਂ ਪਰ ਹੈ ਵਿਚਰਾਰੇ। ਇਹ ਵੀ ਗੱਲ ਠੀਕ ਨਹੀਂ ਵੀ ਹੁਣ ਉਹਨਾਂ ਦਾ ਸੰਸਕਾਰ ਉੱਥੇ ਕੀਰਤਪੁਰ ਕੀਤਾ ਜਾਵੇ। ਹੋ ਸਕਦਾ ਕੱਲ ਨੂੰ ਕੋਈ ਰੌਲਾ ਪਵੇ, ਕਿਉਂਕਿ ਪਹਿਲੇ ਜ਼ਮਾਨੇ 'ਚ ਇਹ ਰਿਵਾਜ ਸੀ ਵੀ ਜਦੋਂ ਕਿਸੇ ਬਜ਼ੁਰਗ ਦਾ ਕਿਸੇ ਪਿੰਡ 'ਚ ਸੰਸਕਾਰ ਹੋ ਜਾਂਦਾ ਸੀ, ਉਸ ਬਜ਼ੁਰਗ ਦੇ ਬੱਚੇ ਉਸ ਜਗ੍ਹਾ ਦੇ ਉੱਤੇ ਆ ਕੇ ਜ਼ਮੀਨ ਤੇ ਦਾਅਵਾ ਕਰਿਆ ਕਰਦੇ ਸਨ ਵੀ ਸਾਡੇ ਬਜ਼ੁਰਗ ਦਾ ਇੱਥੇ ਸੰਸਕਾਰ ਹੋਇਆ, ਸਾਡੀ ਇੱਥੇ ਸਾਂਝ ਹੈ। ਸੋ ਇਸ ਕਰਕੇ ਵੀ ਕੱਲ ਨੂੰ ਕੋਈ ਝਗੜਾ ਕਲਾ ਕਲੇਸ਼ ਹੋਵੇ, ਅਸੀਂ ਗੁਰੂ ਸਾਹਿਬ ਦਾ ਸੰਸਕਾਰ ਆਪਣੀ ਨਗਰੀ ਵਿੱਚ ਸ੍ਰੀ ਅਨੰਦਪੁਰ ਸਾਹਿਬ ਵਿੱਚ ਹੀ ਕਰਾਂਗੇ। ਸ਼ਾਂਤ ਸਰੂਪ ਅਨੂਪ ਸਦਾ ਇਤ। ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਾਂਤ ਸਰੂਪ ਸਨ, ਹਮੇਸ਼ਾ ਪ੍ਰਭੂ ਦੇ ਰੰਗ ਵਿੱਚ ਰੰਗੇ ਰਹਿਣ ਵਾਲੇ ਮਹਾਂਪੁਰਸ਼ ਸਨ। ਉਹ ਮਾਇਆ ਤੋਂ, ਝਗੜਿਆਂ ਬਖੇੜਿਆਂ ਤੋਂ ਨਿਰਲੇਪ ਰਹਿੰਦੇ ਸਨ। ਆਵਤ ਭੇ ਸੁਭ ਥਾਨ ਨਿਹਾਰੇ। ਇਸ ਕਰਕੇ ਉਹ ਇਹ ਜਗ੍ਹਾ ਤੇ ਆ ਗਏ ਸਨ। ਇਹ ਜਗ੍ਹਾ ਉਹਨਾਂ ਨੇ ਪਸੰਦ ਕੀਤੀ ਸੀ। ਸ੍ਰੀ ਕੀਰਤਪੁਰ ਸਾਹਿਬ ਤੋਂ ਥੋੜੀ ਦੂਰੀ ਤੇ, ਨਾ ਬਹੁਤੀ ਦੂਰ ਨਾ ਬਹੁਤੇ ਨੇੜੇ, ਆਪਣੇ ਸ਼ਰੀਕੇ ਭਾਈਚਾਰੇ ਤੋਂ ਥੋੜਾ ਦੂਰ ਹੋ ਕੇ ਆਪਣਾ ਆਸਣ ਲਾ ਲਿਆ ਸੀ। ਬ੍ਰਿੰਦ ਦਿਓ ਧਨ ਮੋਲ ਲਈ ਧਰ। ਬਹੁਤ ਪੈਸਾ ਖਰਚ ਕੇ ਜ਼ਮੀਨ ਮੁੱਲ ਖਰੀਦੀ ਹੈ ਸਤਿਗੁਰੂ ਜੀ ਮਹਾਰਾਜ ਨੇ। ਔਰ ਉਪਾਏ ਕਰੇ ਸਭ ਭਾਂਤੀ। ਔਰ ਬੜੇ ਉਪਾਅ ਕਰਕੇ ਬੜੇ ਤਰੀਕੇ ਨਾਲ ਇਹ ਨਗਰ ਵਸਾ ਰਹੇ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਆਨੰਦ ਦਾ ਭਿਖ ਥਾਨ ਮਹਾਨ। ਇਹ ਜਿਹੜਾ ਸਥਾਨ ਹੈ ਬੜਾ ਆਨੰਦਦਾਇਕ ਹੈ, ਰਮਣੀਕ ਹੈ, ਸੁੰਦਰ ਹੈ, ਸ਼ਿਵਾਲਕ ਦੀਆਂ ਪਹਾੜੀਆਂ ਦੀ ਜੜ ਵਿੱਚ ਹੈ। ਧਰਿਓ ਤਬ ਨਾਮ ਭਇਓ ਬਖਿਆਤੀ। ਉਹਨਾਂ ਨੇ ਜਗ੍ਹਾ ਦਾ ਨਾਮ ਸ੍ਰੀ ਅਨੰਦਪੁਰ ਸਾਹਿਬ ਰੱਖਿਆ ਹੈ। ਆਨੰਦਦਾਇਕ ਜਗ੍ਹਾ ਹੈ।
ਇਹ ਪ੍ਰਗਟ ਹੋ ਚੁੱਕੀ ਹੈ ਉਹਨਾਂ ਦੀ ਨਗਰੀ ਆਨੰਦਪੁਰ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ ਦੀ ਨਗਰੀ ਹੈ। ਆਨ ਕਰੋ ਸੰਸਕਾਰ ਇਹਾਂ, ਮਾਤਾ ਗੁਜਰੀ ਜੀ ਕਹਿੰਦੇ ਮਹਾਰਾਜ ਦਾ ਸੀਸ ਦਾ ਸੰਸਕਾਰ ਇੱਥੇ ਹੀ ਲਿਆ ਕੇ ਕਰੋ, ਸ੍ਰੀ ਆਨੰਦਪੁਰ ਸਾਹਿਬ ਵਿੱਚ ਹੀ। ਬਿਰਦਾ ਤਿਨ ਮਾਤ ਬੜੀ ਬਿਲਲਾਤੀ, ਨਾਲੇ ਮਾਤਾ ਬਜ਼ੁਰਗ ਨੇ, ਮਾਤਾ ਨਾਨਕੀ ਜੀ ਬਿਰਲਾਪ ਕਰ ਰਹੇ ਨੇ। ਮਾਤਾ ਨਾਨਕੀ ਜੀ ਆਪਣੇ ਪੁੱਤਰ ਦਾ ਮੂੰਹ ਵੇਖ ਲੈਣਗੇ। ਇੱਥੇ ਸੰਸਕਾਰ ਕਰਨਾ ਹਰ ਤਰ੍ਹਾਂ ਨਾਲ ਯੋਗ ਹੈ। ਸੁੰਦਰ ਸ਼੍ਰੀ ਮੁਖ ਕੋ ਦਰਸੈ, ਮਾਤਾ ਜੀ ਸਤਿਗੁਰਾਂ ਦੇ ਸ੍ਰੀ ਮੁਖ ਦੇ ਦਰਸ਼ਨ ਕਰ ਲੈਣ ਜਾਂਦੀ ਵਾਰ ਦੇ। ਸਭ ਤੇ ਸੁਭ ਜਾਨੋ ਹੈ ਇਹ ਬਾਤੀ, ਮਾਤਾ ਗੁਜਰੀ ਜੀ ਕਹਿੰਦੇ ਸਾਨੂੰ ਤਾਂ ਇਹੀ ਗੱਲ ਸਭ ਤੋਂ ਠੀਕ ਲੱਗਦੀ ਹੈ, ਜਾਇਜ਼ ਲੱਗਦੀ ਹੈ ਵੀ ਗੁਰੂ ਸਾਹਿਬ ਜੀ ਦਾ ਸੰਸਕਾਰ ਹੋਰ ਕਿਤੇ ਨਾ ਕਰਕੇ ਸ੍ਰੀ ਆਨੰਦਪੁਰ ਸਾਹਿਬ ਵਿੱਚ ਹੀ ਕੀਤਾ ਜਾਵੇ। ਜੋ ਭਨਤੇ ਭਰ ਕੰਠ ਗਇਓ, ਏਦਾਂ ਬੋਲਦੀ ਬੋਲਦੀ ਮਾਤਾ ਗੁਜਰੀ ਦਾ ਗਲਾ ਭਰ ਗਿਆ, ਬੈਰਾਗ ਵਿੱਚ ਆ ਗਈ। ਬੜ ਪ੍ਰੇਮ ਤੇ ਬਾਕ ਕਹਿਓ ਨਹਿ ਜਾਈ, ਬਹੁਤਾ ਹੀ ਪ੍ਰੇਮ ਬੈਰਾਗ, ਅੱਖਾਂ ਵਿੱਚ ਹੰਝੂ ਛਾ ਗਏ ਤੇ ਗਲਾ ਭਰ ਗਿਆ। ਮਾਤਾ ਗੁਜਰੀ ਤੋਂ ਹੁਣ ਅੱਗੇ ਬੋਲਿਆ ਨਹੀਂ ਗਿਆ। ਮਾਤ ਕੀ ਬਾਤ ਸੁਣੀ ਗੁਰ ਪੂਰਨ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੀ ਮਾਤਾ ਗੁਜਰੀ ਦੇ ਬਚਨ ਸੁਣੇ। ਜਾਨ ਕੈ ਨੀਕ ਭਲੇ ਮਨ ਵੀ ਭਾਈ, ਜੋ ਮਾਤਾ ਕਹਿ ਰਹੀ ਹੈ ਠੀਕ ਕਹਿ ਰਹੀ ਹੈ। ਹੁਣ ਸਤਿਗੁਰਾਂ ਦਾ ਸੰਸਕਾਰ ਇੱਥੇ ਆਨੰਦਪੁਰ ਵਿੱਚ ਹੀ ਕਰਨਾ ਬਣਦਾ ਹੈ। ਤਿਆਰ ਭਏ ਹਿਤ ਲਿਆਵਨ ਕੇ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਿਆਰ ਹੋਏ ਨੇ ਵੀ ਅੱਗੋਂ ਦੀ ਜਾ ਕੇ ਕੀਰਤਪੁਰ ਸਾਹਿਬ ਤੋਂ ਸੰਗਤਾਂ ਗੁਰੂ ਮਹਾਰਾਜ ਦਾ ਸੀਸ ਲੈ ਕੇ ਆਉਣ। ਸਾਰੀਆਂ ਸੰਗਤਾਂ ਨੂੰ ਨਾਲ ਲੈ ਕੇ ਵਿਵਾਨ ਸਜਾਇਆ ਹੈ। ਗੁਰ ਦੋਨੋਂ ਮਾਤ ਆਵਾਸ ਟਿਕਾਈ, ਮਾਤਾ ਨਾਨਕੀ ਤੇ ਮਾਤਾ ਗੁਜਰੀ ਨੂੰ ਨਾਲ ਨਹੀਂ ਲੈ ਕੇ ਗਏ। ਖੇਚਲ ਹੋਵੇਗੀ, ਤੁਸੀਂ ਦੋਵੇਂ ਇੱਥੇ ਠਹਿਰੋ, ਅਸੀਂ ਮਹਾਰਾਜ ਦਾ ਸੀਸ ਇੱਥੇ ਹੀ ਲੈ ਕੇ ਆ ਜਾਵਾਂਗੇ। ਔਰ ਸਮਾਜ ਵਿਸਾਲ ਲਿਓ ਸੰਗ, ਹੋਰ ਬਹੁਤ ਸਾਰਾ ਸਾਜੋ ਸਮਾਨ, ਸਿੱਖ ਸੰਗਤਾਂ, ਕੀਰਤਨ ਕਰਨ ਵਾਲੇ ਕੀਰਤਨੀਏ, ਫੁੱਲਾਂ ਦੀ ਵਰਖਾ ਕਰਨ ਵਾਲੇ ਪ੍ਰੇਮੀ ਜਨ, ਬਹੁਤ ਸਾਰੀ ਸੰਗਤ ਨੂੰ ਨਾਲ ਲੈ ਲਿਆ ਹੈ। ਸੀਸ ਉਠਾਏ ਚਲੇ ਸਮੁਦਾਈ, ਤੇ ਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਮਾਨ ਸਤਕਾਰ ਵਾਸਤੇ ਸੀਸ ਤੇ ਚੁੱਕ ਕੇ ਲੈ ਚੱਲੇ ਹਨ। ਪੁੰਜ ਲਗਿਓ ਧਨ ਚਾਰ ਬਿਮਾਨ, ਬੜਾ ਸੋਹਣਾ ਵਿਮਾਨ ਜਿਹਨੂੰ ਬਹੁਤ ਮਾਇਆ ਖਰਚ ਕਰਕੇ ਤਿਆਰ ਕੀਤਾ, ਬੜਾ ਸੁੰਦਰ ਹੈ। ਉਠਾਏ ਕਰਿਓ ਸਭ ਤੇ ਅਗਵਾਈ, ਉਹ ਵਿਮਾਨ ਅੱਗੇ ਲੈ ਲਿਆ ਜਿਹਦੇ ਚ ਮਹਾਰਾਜ ਦਾ ਸੀਸ ਰੱਖ ਕੇ ਲਿਆਣਾ ਹੈ। ਬ੍ਰਿੰਦ ਮਸੰਦ ਮਿਲੇ ਸਿੱਖ ਸੇਵਕ, ਬਹੁਤ ਸਾਰੇ ਸੇਵਕ ਮਸੰਦ ਸੰਗਤਾਂ ਨਾਲ ਚੱਲ ਪਈਆਂ ਨੇ। ਸ੍ਰੀ ਗੁਰੂ ਸੰਗ ਭਲੇ ਪਿਛਵਾਈ, ਗੁਰੂ ਮਹਾਰਾਜ ਦੇ ਨਾਲ ਨਾਲ ਪਿੱਛੇ ਪਿੱਛੇ ਸ਼ਬਦ ਪੜ੍ਹਦੀਆਂ ਸੰਗਤਾਂ ਜਾ ਰਹੀਆਂ ਨੇ, ਬੈਰਾਗਮਈ ਬਾਣੀ ਦਾ ਕੀਰਤਨ ਕਰਦੀਆਂ ਨੇ। ਪਾਠ ਕਰੈ ਗੁਰਬਾਨ ਮਹਾਨ ਕੋ, ਗੁਰੂ ਕੀ ਬਾਣੀ ਦਾ ਪਾਠ ਕਰਦੇ ਨੇ ਬੜੇ ਪ੍ਰੇਮ ਨਾਲ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਲੋਕ, ਉਹਨਾਂ ਦੇ ਸ਼ਬਦ ਪੜ੍ਹਦੇ ਜਾਂਦੇ ਨੇ। ਲੋਚਨ ਤੇ ਜਲ ਮੋਚਤ ਜਾਈ, ਅੱਖਾਂ ਵਿੱਚੋਂ ਹੰਝੂ ਵਗਦੇ ਜਾਂਦੇ ਨੇ। ਸੰਗਤਾਂ ਰੋਂਦੀਆਂ ਬਾਣੀ ਪੜ੍ਹਦੀਆਂ ਕੀਰਤਪੁਰ ਸਾਹਿਬ ਵੱਲ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਲੈਣ ਲਈ ਜਾ ਰਹੀਆਂ ਨੇ। ਜਾਤ ਭਏ ਗੁਰਪੁਰ ਕੀਰਤ ਮੈਂ, ਸ੍ਰੀ ਅਨੰਦਪੁਰ ਸਾਹਿਬ ਤੋਂ ਇਹ ਸ਼ਬਦ ਪੜ੍ਹਦੇ ਸੰਗਤ ਪ੍ਰੇਮੀ ਜਨ ਸ੍ਰੀ ਕੀਰਤਪੁਰ ਸਾਹਿਬ ਪਹੁੰਚ ਗਏ। ਗੁਰ ਕੀਰਤ ਕੋ ਵਰਨੈ ਸਮੁਦਾਈ, ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਕੀਰਤੀ ਦਾ ਵਰਣਨ ਕਰਦੇ ਹਨ ਸਾਰੇ ਹੀ। ਜਹ ਸੀਸ ਲੀਏ ਗੁਰ ਕੋ ਸਿੱਖ ਥੋ, ਜਿੱਥੇ ਭਾਈ ਜੈਤਾ ਗੁਰੂ ਕਾ ਸਿੱਖ ਸੀਸ ਲੈ ਕੇ ਆ ਪਹੁੰਚਿਆ ਸੀ, ਪੁਰ ਤੇ ਪਰ ਬਾਹਰ ਜਾਤ ਭਏ, ਉਥੇ ਨਗਰ ਤੋਂ ਬਾਹਰ ਅੱਜ ਕੱਲ੍ਹ ਗੁਰਦੁਆਰਾ ਬਿਬਾਨਗੜ੍ਹ ਸਾਹਿਬ ਉੱਥੇ ਬਣਿਆ ਹੋਇਆ ਹੈ, ਉੱਥੇ ਪਹੁੰਚ ਗਏ ਹਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਨਰ ਨਾਰਨ ਸਰੋਣ ਸੁਣਿਓ ਸਭ ਕਾਰਨ, ਜਦੋਂ ਇਸਤਰੀ ਪੁਰਸ਼ ਬੱਚੇ ਬੁੱਢੇ ਬੀਬੀਆਂ ਨੂੰ ਪਤਾ ਲੱਗਾ ਕੀਰਤਪੁਰ ਸਾਹਿਬ ਦੀਆਂ ਸੰਗਤਾਂ ਨੇ ਇਹ ਭਾਣੇ ਬਾਰੇ ਸੁਣਿਆ ਹੈ, ਕਾਰਨ ਸੰਕਟ ਸ਼ੋਕ ਭਏ, ਉਸ ਵੇਲੇ ਸਾਰੀਆਂ ਸੰਗਤਾਂ ਸ਼ੋਕ ਦੇ ਸਮੁੰਦਰ 'ਚ ਡੁੱਬ ਗਈਆਂ। ਬੜਾ ਭਿਆਨਕ ਸਮਾਂ ਬਣ ਗਿਆ, ਸਾਰਿਆਂ ਦੇ ਦਿਲ ਦਹਿਲ ਗਏ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਸ਼ਹਾਦਤ ਦੀ ਖਬਰ ਸੁਣ ਕੇ ਹਕਾਰ ਉਚਾਰਤ ਹੋਤ ਦੁਖਾਰਤ, ਸਾਰਿਆਂ ਦੇ ਮੂੰਹ ਤੋਂ ਹਾਏ ਹਾਏ ਹਾਹਾਕਾਰ ਹੋ ਰਹੀ ਹੈ। ਸਭ ਜਗ ਪਇਓ ਜੈ 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 ਸੁਰ ਲੋਕ। ਮਾਤ ਲੋਕ ਵਿੱਚ ਤਾਂ ਹਰ ਥਾਂ ਤੇ ਹਾਹਾਕਾਰ ਮਚ ਗਈ ਹੈ। ਜਾਏ ਮਿਲੇ ਸਭ ਦੁਖ ਲਏ, ਸਾਰੇ ਜਾ ਕੇ ਮਿਲੇ ਨੇ
ਤੇ ਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਨੇ। तत्काल विमान के बीच टिकाए। ਗੁਰੂ ਸਾਹਿਬ ਜੀ ਮਹਾਰਾਜ ਸਾਹਿਬ ਜੀ ਦਾ ਸਰੀਰ ਸੀਸ ਜਿਹੜਾ ਵਿਮਾਨ ਵਿੱਚ ਰੱਖਿਆ ਹੈ। उठाए समूह नमो सो कोई कहे। ਨਮਸਕਾਰ ਕੀਤੀ ਹੈ ਤੇ ਵਿਮਾਨ ਸਾਰਿਆਂ ਨੇ ਮੋਢਿਆਂ ਤੇ ਚੁੱਕ ਲਿਆ ਹੈ। चौर टुरै चहो औरण ते। ਔਰ ਸਾਰੇ ਪਾਸੇ ਚੌਰ ਝੁਲਦੇ ਨੇ ਮਹਾਰਾਜ ਦੇ ਸੀਸ ਉੱਤੇ ਫੁੱਲਾਂ ਦੀ ਵਰਖਾ ਸੰਗਤਾਂ ਕਰਦੀਆਂ ਨੇ, ਸ਼ਬਦ ਪੜ੍ਹਦੀਆਂ ਨੇ। वह मोलन के गन पाए दुसाले। ਔਰ ਬਹੁ ਮੋਲੇ ਬਹੁ ਕੀਮਤੀ ਦੁਸ਼ਾਲੇ ਗੁਰੂ ਸਾਹਿਬ ਦੇ ਸੀਸ ਤੇ ਚੜਾਏ ਗਏ ਹਨ। वो छिड़काव गुलाब अजाब ते। ਕੋਈ ਗੁਲਾਬ ਦਾ ਛਿੜਕਾਓ ਕਰਦਾ ਹੈ ਬੜਾ ਸੁੰਦਰ, बूंद विशाल हिमालन डाले। ਔਰ ਬੜੀਆਂ ਸੋਹਣੀਆਂ ਫੁੱਲਾਂ ਦੀਆਂ ਮਾਲਾ, ਫੁੱਲਾਂ ਦੇ ਹਾਰ ਪਰੋ ਕੇ ਉੱਪਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਸੀਸ ਦੇ ਚੜਾਏ ਜਾ ਰਹੇ ਹਨ। कुंज सुगंधन सिंचत है। ਬੜੀਆਂ ਸੁਗੰਧੀ ਵਾਲੀਆਂ ਵਸਤੂਆਂ ਦਾ ਮਹਾਰਾਜ ਸਾਹਿਬ ਜੀ ਦੇ ਸੀਸ ਤੇ ਛਿੜਕਾਓ ਕਰਦੇ ਨੇ। महकार उठ्यो इम अगर चलाए। ਮਹਿਕਾਰ ਬਹੁਤ ਉੱਠੀ ਹੈ, ਖੁਸ਼ਬੂ ਹੈ, ਗੁਲਾਬ ਜਲ ਆਦਿਕ, ਕੇਵੜਾ ਆਦਿਕ, ਚੰਦਨ ਕੇਸਰ ਦੇ ਛਿੜਕਾਓ ਕੀਤੇ ਗਏ ਨੇ ਤੇ ਮਹਾਰਾਜ ਦਾ ਵਿਮਾਨ ਵਿੱਚ ਸੀਸ ਰੱਖ ਕੇ ਅੱਗੇ ਨੂੰ ਚੱਲ ਪਏ ਨੇ। गावत रागन श्री गुरु बाकन। ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਬਾਣੀ ਦਾ ਕੀਰਤਨ ਕਰਦੇ, ਰਾਗ ਗਾਇਨ ਕਰਦੇ ਜਾ ਰਹੇ ਨੇ। वृंद मृदंग बाबन नाले। ਬਹੁਤ ਸਾਰੇ ਮ੍ਰਿਦੰਗ ਰਬਾਬਾਂ ਵੱਜ ਰਹੇ ਨੇ, ਢੋਲ ਮ੍ਰਿਦੰਗ ਵਜਾ ਕੇ ਕੀਰਤਨ ਕਰਦੇ, ਬੈਰਾਗਮਈ ਸ਼ਬਦ ਪੜ੍ਹਦੇ, ਵਡੰਸ ਰਾਗ ਦੀ ਬਾਣੀ, ਤਿਲੰਗ ਰਾਗ ਦੀ ਬਾਣੀ, ਇਸ ਤਰ੍ਹਾਂ ਦੇ ਬੈਰਾਗਮਈ ਸ਼ਬਦ ਪੜ੍ਹਦੇ ਸੰਗਤਾਂ ਜਾ ਰਹੀਆਂ, ਮਾਰੂ ਰਾਗ ਦਾ ਕੀਰਤਨ ਕਰਦੀਆਂ। मारू मिले वड हंस को गावत। ਮਾਰੂ ਰਾਗ ਤੇ ਵਡੰਸ ਰਾਗ ਗਾਉਂਦੇ ਹਨ। लावत पौड़ी थिरंत अगारी। ਔਰ ਅੱਗੇ ਪੌੜੀ ਲਾ ਕੇ ਜਿੱਥੇ ਸ਼ਬਦ ਪੂਰਾ ਹੁੰਦਾ ਉੱਥੇ ਖੜ ਜਾਂਦੇ ਨੇ, ਫਿਰ ਪੌੜੀ ਲਾਉਂਦੇ ਨੇ। ਕੱਪੜ ਰੂਪ ਸੁਹਾਵਣਾ, ਛੜ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਇਦਾਂ ਦੀਆਂ ਪੌੜੀਆਂ ਲਾ ਕੇ ਸ਼ਬਦ ਦੀ ਸਮਾਪਤੀ ਕਰਕੇ ਫਿਰ ਦੁਬਾਰਾ ਅੱਗੇ ਤੁਰ ਪੈਂਦੇ ਨੇ ਤੇ ਫਿਰ ਸ਼ਬਦ ਪੜ੍ਹਦੇ ਜਾਂਦੇ ਨੇ। ले धन को गमने पुर पंथ। ਔਰ ਫਿਰ ਨਾਲ ਸੰਚੇ ਪਾਤਸ਼ਾਹ ਮਹਾਰਾਜ ਜੀ ਉਹਨਾਂ ਰਾਗੀਆਂ ਰਬਾਬੀਆਂ ਨੂੰ ਮਾਇਆ ਦੇ ਗੱਫੇ ਵੀ ਖੁੱਲ੍ਹੇ ਦਿੰਦੇ ਹਨ ਤੇ ਇਸ ਤਰ੍ਹਾਂ ਨਗਰ ਸ੍ਰੀ ਅਨੰਦਪੁਰ ਸਾਹਿਬ ਵੱਲ ਗੁਰੂ ਸਾਹਿਬ ਦਾ ਵਿਮਾਨ ਲੈ ਕੇ ਜਾ ਰਹੇ ਨੇ। विमान के ऊपर को पुन डारी। ਤੇ ਗੁਰੂ ਸਾਹਿਬ ਦੇ ਵਿਮਾਨ ਦੇ ਉੱਤੋਂ ਦੀ ਮਾਇਆ ਦੀ ਗੁਰੂ ਸਾਹਿਬ ਛੋਟ ਕਰਦੇ ਨੇ, ਵਰਖਾ ਕਰਦੇ ਨੇ ਧਨ ਦੀ। कंचन फूल सो लाज बखेरै। ਕਹਿੰਦੇ ਬਹੁਤ ਸੋਹਣੀਆਂ ਸੁੰਦਰ ਫੁੱਲੀਆਂ, ਇਸੇ ਤਰ੍ਹਾਂ ਸਾਧ ਸੰਗਤ ਜੀ ਸੋਨੇ ਦੇ ਫੁੱਲ, ਪਤਾਸੇ ਆਦਿਕ ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਮਖਾਣੇ ਆਦਿਕ ਪਦਾਰਥ ਪਾਏ ਹੁੰਦੇ ਨੇ, ਮੂੰਗਫਲੀਆਂ ਵਗੈਰਾ ਵੀ ਪਾ ਲੈਂਦੇ ਨੇ, ਉਹ ਉਤੋਂ ਦੀ ਬਖੇੜਦੇ ਨੇ। हीरत शोक करे नर नारी। ਵੇਖ ਕੇ ਇਸਤਰੀਆਂ ਪੁਰਸ਼ ਸ਼ੋਕ ਮਨਾਉਂਦੇ ਨੇ। ਅੱਜ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਸੀਸ ਆਇਆ, ਸਾਰਿਆਂ ਦਾ ਦਿਲ ਗਮ ਦੇ ਵਿੱਚ ਹੈ, ਸਾਰਿਆਂ ਦੇ ਮਨ ਵਿੱਚ ਬੜੀ ਭਾਰੀ ਗਮੀ ਹੈ, ਦੁੱਖ ਹੈ, ਕਲੇਸ਼ ਹੈ। केतक सेवक ले धन को गन। ਕੋਈ ਸੇਵਕ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਬਖਸ਼ਿਸ਼ਾਂ ਧਨ ਲੈ ਕੇ ਉੱਪਰ ਵਰਤਾਉਂਦੇ ਹਨ। तै बरखा बहो मूठन डारी। ਮੁੱਠੀਆਂ ਭਰ ਕੇ ਮਾਇਆ ਦੀਆਂ ਰੁਪਈਆਂ ਦੀਆਂ ਉੱਤੋਂ ਦੀ ਸਿੱਟਦੇ ਨੇ, ਧਨ ਦੀ ਵਰਖਾ ਕਰਦੇ ਨੇ। ਮੰਦ ਹੀ ਮੰਦ ਆਨੰਦਪੁਰੇ ਕੋ ਆਵਤ। ਹੌਲੇ ਸ੍ਰੀ ਅਨੰਦਪੁਰ ਸਾਹਿਬ ਨੂੰ ਆ ਰਹੇ ਨੇ। ਆਵਤ ਸ਼ੋਕ ਬਿਲੰਦ ਉਪਾਏ। ਔਰ ਬੜਾ ਮਨ ਵਿੱਚ ਭਾਰੀ ਸ਼ੋਕ, ਬੜੀ ਭਾਰੀ ਉਦਾਸੀ ਸੰਗਤਾਂ ਦੇ ਮਨਾਂ ਵਿੱਚ ਆਈ ਹੋਈ ਹੈ। ਸਾਰੇ ਹੀ ਸ੍ਰੀ ਅਨੰਦਪੁਰ ਸਾਹਿਬ ਵੱਲ ਗੁਰੂ ਸਾਹਿਬ ਦਾ ਸੀਸ ਲੈ ਕੇ ਆ ਰਹੇ ਨੇ। ਬਿਰੰਦ ਮਸੰਦਨ ਸੇਵਕ ਸਿੱਖ। ਬਹੁਤ ਸਾਰੇ ਮਸੰਦ ਸੇਵਕ ਸਿੱਖ ਨਾਲ ਸ਼ਬਦ ਪੜ੍ਹੀ ਜਾਂਦੇ ਨੇ ਤੇ ਨਾਲ ਅੱਖਾਂ ਚੋਂ ਹੰਝੂ ਵਗਾਈ ਜਾਂਦੇ ਨੇ। ਵਿਮਾਨ ਚਹੋਂ ਦਿਸ ਹੋਇ ਗਮਨਾਏ। ਗੁਰੂ ਸਾਹਿਬ ਦੇ ਵਿਮਾਨ ਦੇ ਅੱਗੇ ਪਿੱਛੇ ਸੱਜੇ ਖੱਬੇ ਹੋ ਕੇ ਸੰਗਤਾਂ ਤੁਰੀਆਂ ਜਾਂਦੀਆਂ ਨੇ, ਨਾਲੇ ਉੱਤੋਂ ਵਰਖਾ ਧਨ ਦੀ ਕਰਦੀਆਂ ਨੇ, ਫੁੱਲਾਂ ਦੀ ਵਰਖਾ ਕਰਦੀਆਂ ਨੇ। ਸੰਖਨ ਸੂਰ ਸੋ ਜੋਰ ਕਰੈ। ਸ਼ੰਖ ਬੜੇ ਵੱਜਦੇ ਨੇ, ਸ਼ੰਖਾਂ ਦਾ ਬੜਾ ਸ਼ੋਰ ਹੈ, ਬੜੇ ਜ਼ੋਰ ਨਾਲ ਸ਼ੰਖ ਵਜਾਉਂਦੇ ਨੇ। ਤੁਰਕੇਸੁਰ ਸਰਾਪਹਿ ਗਾਰ ਅਲਾਏ। ਔਰੰਗਜ਼ੇਬ ਨੂੰ ਸ਼ਰਾਪ ਦੇ ਰਹੇ ਨੇ। ਇਹ ਸੰਗਤਾਂ ਦੇ ਦਿਲਾਂ ਦੇ ਵਿੱਚੋਂ ਜਿਹੜੀ ਹਵਾੜ ਨਿਕਲ ਰਹੀ ਹੈ ਔਰੰਗਜ਼ੇਬ ਨੂੰ ਸਾੜ ਕੇ ਰੱਖ ਦੇਵੇਗੀ। ਸਾਰੀਆਂ ਸੰਗਤਾਂ ਕਹਿ ਰਹੀਆਂ ਨੇ ਔਰੰਗਜ਼ੇਬ ਦਾ ਨਾਸ ਹੋ ਜਾਵੇ, ਇਹਦਾ ਬੇੜਾ ਗਰਕ ਹੋ ਜਾਵੇ, ਇਹਦਾ ਤਪ ਤੇਜ ਖਤਮ ਹੋ ਜਾਵੇ।
ਇਹਦਾ ਰਾਜ ਭਾਗ ਨਸ਼ਟ ਹੋ ਜਾਵੇ। ਇਸ ਤਰ੍ਹਾਂ ਦੇ ਬਚਨ ਸੰਗਤਾਂ ਦੇ ਮੁਖ ਤੋਂ ਨਿਕਲਦੇ ਹਨ। ਸਾਗਰ ਖਾਰ ਭਰੀ ਜਰ ਜਾਏ, ਕਹਿੰਦੇ ਤੁਰਕਾਂ ਦੀ ਰੰਗਜੇਬ ਦੀ ਜਾੜੀ ਗਲ ਜਾਵੇ, ਖਾਰੇ ਸਮੁੰਦਰ 'ਚ ਜਾ ਪਵੇ। ਕਪੂਤ ਭਇਓ ਕੁਲ ਰਾਜ ਨਸਾਏ, ਕਹਿੰਦੇ ਭੈੜੀ ਕੁੱਲ ਦੇ ਵਿੱਚ ਪੈਦਾ ਹੋ ਗਿਆ ਔਰੰਗਜ਼ੇਬ, ਇਹ ਮੁਗਲਾਂ ਦੀ ਕੁੱਲ ਨੂੰ ਨਾਸ਼ ਕਰ ਦੇਗਾ। ਇਹ ਕਪੂਤ ਹੈ, ਇਹ ਕੁੱਲ ਨਾਸ਼ਕ ਹੈ। ਇਹਨੇ ਆਪਣੇ ਬਜ਼ੁਰਗਾਂ ਦੀ ਬਾਬਰ ਦੀ ਕੀਤੀ ਕਮਾਈ ਰੋੜ ਲੈਣੀ ਹੈ। ਆਏ ਸਮੀਪ ਆਨੰਦਪੁਰੇ ਜਬ, ਇਸ ਤਰ੍ਹਾਂ ਮਹਾਰਾਜ ਦਾ ਸੀਸ ਲੈ ਕੇ ਜਦੋਂ ਆਨੰਦਪੁਰ ਸਾਹਿਬ ਦੇ ਨੇੜੇ ਆਏ ਨੇ, ਬਾਲਕ ਬ੍ਰਿਧ ਸੁਨਿਓ ਨਰ ਨਾਰੀ, ਨਗਰ ਨਿਵਾਸੀ ਬੀਬੀਆਂ ਬੱਚੇ ਬੁੱਢੇ ਜਿਹੜੇ ਯਾਤਰਾ 'ਚ ਸ਼ਾਮਲ ਨਹੀਂ ਸੀ ਹੋਏ, ਜਦੋਂ ਉਹਨਾਂ ਨੇ ਸੁਣਿਆ, ਸ਼੍ਰੀ ਗੁਜਰੀ ਤਜ ਮੰਦਰ ਕੋ, ਮਾਤਾ ਗੁਜਰੀ ਜੀ ਘਰ 'ਚੋਂ ਬਾਹਰ ਨਿਕਲੇ ਹਨ। ਇਕਸੀਪੁਰ ਤੇ ਮਿਲਬੇ ਅਗਵਾਰੀ, ਗੁਰੂ ਸਾਹਿਬ ਦੇ ਸੀਸ ਦਾ ਸਵਾਗਤ ਕਰਨ ਲਈ ਮਾਤਾ ਅੱਗੇ ਆਈ ਹੈ। ਨਾਨਕੀ ਮਾਤ ਟਿਕਾਏ ਰੱਖੀ, ਮਾਤਾ ਨਾਨਕੀ ਨੂੰ ਸਿਰ ਫੜ ਕੇ ਠਕਾ ਕੇ ਰੱਖਿਆ, ਬਿਠਾ ਕੇ ਰੱਖਿਆ, ਕਿਉਂਕਿ ਬਿਰਧ ਅਵਸਥਾ ਬਹੁਤ ਜ਼ਿਆਦਾ ਹੋ ਚੁੱਕੀ ਹੈ। ਬਲਹੀਨ ਬਿਰਦਾ ਲੈ ਸੰਕਟ ਭਾਰੀ, ਬਲਹੀਨ ਬਿਰਧ ਮਾਤਾ ਨੂੰ ਕਸ਼ਟ ਨਾ ਹੋਵੇ। ਲਗਭਗ 75 ਸਾਲ ਦੀ ਉਮਰ ਹੋ ਚੱਲੀ ਸੀ, ਇਸ ਕਰਕੇ ਮਾਤਾ ਜੀ ਨੂੰ ਅੰਦਰ ਹੀ ਬਿਠਾ ਲਿਆ ਹੈ। ਔਰ ਸਬੈ ਨਿਕਸੇ ਉਤਲਾਵਤ, ਹੋਰ ਸਾਰੇ ਬਾਹਰ ਨਿਕਲੇ ਹਨ। ਪਾਹ ਹਕਾਰ ਅਯੋਗ ਵਿਚਾਰੀ, ਬੜੀ ਹਾਹਾਕਾਰ ਮਚੀ ਹੈ। ਸਾਰਿਆਂ ਨੇ ਬੜਾ ਇਸ ਗੱਲ ਦਾ, ਆਪ ਜੀ ਦਾ ਸਾਰਾ ਜੀਵਨ ਬੈਰਾਗ ਤਿਆਗ ਭਗਤੀ ਵਿੱਚ ਹੀ ਗੁਜ਼ਰਿਆ ਹੈ। ਪਰ ਪੁਕਾਰੀ ਸਤਿਗੁਰੂ ਆਪਣਾ ਸੀਸ ਦਾ ਬਲੀਦਾਨ ਦੇ ਕੇ ਹਿੰਦੂ ਧਰਮ ਦੀ ਲਾਜ ਰੱਖ ਲਈ, ਭਾਰਤ ਵਰਸ਼ ਦੀ ਲਾਜ ਰੱਖ ਲਈ ਹੈ। ਰਾਵਰ ਨੰਦਨ ਬੈਸ ਬਿਲੰਦਨ, ਤੇ ਮਨ ਵਿੱਚ ਅਰਦਾਸ ਕਰਦੀ ਹੈ, ਹੇ ਮਹਾਰਾਜ, ਤੁਹਾਡਾ ਇਹ ਪੁੱਤਰ ਗੋਬਿੰਦ ਸਿੰਘ ਵੱਡੀ ਉਮਰ ਵਾਲਾ ਹੋਵੇ, ਇਹਦੇ ਤੇ ਮਿਹਰ ਭਰਿਆ ਹੱਥ ਰੱਖਿਆ ਜੇ। ਮਾਤ ਬਿਰਦਾ ਬਹੁ ਸੰਕਟ ਧਾਰੀ, ਮਾਤਾ ਬੜੀ ਬਿਰਧ ਤੁਹਾਡੀ ਦੁਖੀ ਹੋ ਰਹੀ ਹੈ। ਅੱਜ ਕਿਹੜੇ ਰੂਪ ਵਿੱਚ ਵਾਪਸ ਪਰਤੇ ਹੋ ਸਤਿਗੁਰੂ ਜੀ? ਬੰਦਤ ਹਾਥਨ ਬੰਧਨ ਕੋ ਕਰ, ਦੋਵੇਂ ਹੱਥ ਜੋੜ ਕੇ ਮਾਤਾ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਨੂੰ ਨਮਸਕਾਰ ਕੀਤੀ, ਮੱਥਾ ਟੇਕਿਆ ਹੈ। ਇਸ ਨਿਵਾਵਤ ਆਸੁਨ ਡਾਰੀ, ਸੀਸ ਨਿਵਾਇਆ ਹੈ, ਅੱਖਾਂ ਚੋਂ ਹੰਝੂ ਸਿੱਟਦੀ ਹੈ ਮਾਤਾ। ਲਿਆਵਤ ਭੇਤ ਇਸ ਥਾਨ ਤਬੈ, ਉੱਥੇ ਲੈ ਆਏ ਮਹਾਰਾਜ ਦਾ ਸੀਸ, ਇਹ ਚੰਦਨ ਭਾਰ ਟਿਕਾਏ ਅਗਾਰੀ, ਜਿੱਥੇ ਚੰਦਨ ਦੀ ਚਿਖਾ ਚਿਣੀ ਹੋਈ ਸੀ, ਚੰਦਨ ਦੇ ਭਾਰ ਲਾਏ ਹੋਏ ਸਨ, ਲੱਕੜਾਂ ਇਕੱਠੀਆਂ ਕਰਕੇ ਰੱਖੀਆਂ ਹੋਈਆਂ ਸਨ। ਆਨ ਮਿਲੀ ਤਹ ਨਾਨਕੀ ਮਾਤ, ਮਾਤਾ ਨਾਨਕੀ ਵੀ ਉੱਥੇ ਆ ਗਈ, ਕਿਉਂਕਿ ਗੁਰੂ ਕੇ ਮਹਿਲਾਂ ਦੇ ਨੇੜੇ ਹੀ ਅਸਥਾਨ ਹੈ ਗੁਰਦੁਆਰਾ ਸੀਸਗੰਜ ਸਾਹਿਬ, ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਦਾ ਸੰਸਕਾਰ ਹੋਇਆ, ਅੰਗੀਠਾ ਹੈ ਸਤਿਗੁਰਾਂ ਦਾ। ਪੁਕਾਰਤ ਉੱਚੋ ਨਾਮ ਉਚਾਰੀ, ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦਾ ਉੱਚਾ ਨਾਂ ਲੈ ਕੇ ਪੁਕਾਰ ਕੀਤੀ ਹੈ ਮਾਤਾ ਗੁਜਰੀ ਨੇ, ਮਾਤਾ ਨਾਨਕੀ ਜੀ ਨੇ। ਮੋਹ ਸੁਤ ਸ਼ਾਂਤ ਸਰੂਪ ਅਨੂਪ, ਮਾਤਾ ਕਹਿੰਦੀ ਹੈ, ਮਾਤਾ ਨਾਨਕੀ, ਮੇਰਾ ਪੁੱਤਰ ਦੇ ਸ਼ਾਂਤੀ ਦਾ ਰੂਪ ਸੀ, ਬੈਰਾਗ ਦੀ ਮੂਰਤੀ ਸੀ, ਭਗਤ ਸੀ ਪਰਮੇਸ਼ਰ ਦਾ। ਸ਼੍ਰੀ ਮੁਖ ਦੇਖ ਲਵੋ ਇਸ ਬਾਰੀ, ਮੈਂ ਆਪਣੇ ਸੋਹਣੇ ਪੁੱਤਰ ਦਾ ਸੋਹਣਾ ਮੁਖੜਾ ਇੱਕ ਵਾਰੀ ਵੇਖ ਲਵਾਂ। ਮੈਂ ਮਰਹੋਂ ਧਰ ਸੋਕ ਅਬੈ, ਹੁਣ ਮੈਂ ਇਸੇ ਸ਼ੋਕ ਵਿੱਚ ਹੀ ਮਰ ਜਾਵਾਂਗੀ, ਮੇਰਾ ਹੁਣ ਜੀਣਾ ਬਹੁਤੇ ਦਿਨ ਨਹੀਂ ਰਹੇਗਾ। ਕਿਮ ਜੀਵਨ ਹਵੈ ਇਸ ਰੀਤ ਦੁਖਾਰੀ, ਮੇਰਾ ਹੁਣ ਜੀਣਾ ਕਾਹਦਾ ਰਹਿ ਗਿਆ ਇਸ ਦੁਨੀਆ ਤੇ। ਇਸ ਤਰ੍ਹਾਂ ਮਾਤਾ ਦੁਖੀ ਹੋਈ ਹੈ। ਯੋਂ ਬਿਰਲਾਪ ਸੁਨਿਓ ਜਦ ਹੀ, ਜਦੋਂ ਮਾਤਾ ਨਾਨਕੀ ਦਾ ਇਹ ਬਿਰਲਾਪ ਸੁਣਿਆ, ਗੁਰ ਆਏ ਸਪਾਏ ਬਿਮਾਨ ਉਤਾਰੀ, ਗੁਰੂ ਗੋਬਿੰਦ ਸਿੰਘ ਜੀ ਇਸ਼ਾਰਾ ਕੀਤਾ, ਬਿਮਾਨ ਥੱਲੇ ਉਤਾਰਿਆ ਗਿਆ। ਢਾਰ ਸਬੈ ਪਟ ਸ਼੍ਰੀ ਗੁਰ ਕੇ ਕੋ, ਮਹਾਰਾਜ ਸਾਹਿਬ ਜੀ ਦੇ ਮੁਖ ਦੇ ਉੱਤੇ ਜਿੰਨੇ ਵੀ ਕੱਪੜੇ ਸਨ, ਬਸਤਰ ਸਨ, ਦੁਸ਼ਾਲੇ ਸਨ, ਉਤਾਰੇ ਗਏ ਹਨ। ਮੁਖ ਦੇਖਤ ਭੇ ਗੁਜਰੀ ਸੁਤ ਸਾਥਾ, ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸ ਦੇ ਮਾਤਾ ਗੁਜਰੀ, ਮਾਤਾ ਨਾਨਕੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਦਰਸ਼ਨ ਕੀਤੇ ਹਨ। ਨਾਨਕੀ ਮਾਤ ਬਿਲੋਕਤ ਹੈ ਬਹੁ, ਮਾਤਾ ਨਾਨਕੀ ਆਪਣੇ ਪੁੱਤਰ ਦਾ ਸਰੂਪ ਦੇਖਦੀ ਹੈ। ਰੋਦਤ ਆਪ ਲਗਾਵਤ ਹਾਥਾ, ਆਪਣੇ ਸੇ ਪੁੱਤਰ ਦੇ ਮੱਥੇ ਨੂੰ ਹੱਥ ਲਾ ਕੇ ਸਿਰ ਨੂੰ ਤੇ ਰੋਂਦੀ ਹੈ, ਬੈਰਾਗ ਕਰਦੀ ਹੈ। ਜਿਉਂ ਦੁੱਤ ਜੀਵਤ ਥੀਵਤ ਹੈ ਤਿਮ ਹੀ, ਕਹਿੰਦੇ ਜਿਵੇਂ ਜਿਉਂਦਿਆਂ ਦਾ ਚਿਹਰਾ ਚਮਕਦਾ ਸੀ, ਜਿਵੇਂ ਇਹਨਾਂ ਦੇ ਜਿਉਂਦਿਆਂ ਦੇ ਚਿਹਰੇ ਉੱਤੇ ਇੱਕ ਨੂਰ ਹੁੰਦਾ ਸੀ। ਸੀਸ ਦਾ ਭਾਵੇਂ ਸੀਸ ਧੜ ਤੋਂ ਵੱਖਰਾ ਹੋ ਗਿਆ,
ਤਾਂ ਵੀ ਮਹਾਰਾਜ ਦੇ ਚਿਹਰੇ ਦਾ ਨੂਰ ਨਹੀਂ ਘਟਿਆ, ਸੋਭਾ ਨਹੀਂ ਘਟੀ। ਤਿਮ ਹੀ ਸੁਭ ਸੋਭਤ ਆਨਨ ਮਾਥਾ। ਅੱਜ ਮਹਾਰਾਜ ਦਾ ਮੱਥਾ ਮੁਖ ਉਦਾਂ ਹੀ ਸ਼ੋਭਦਾ ਹੈ, ਉਦਾਂ ਹੀ ਚਮਕਦਾ ਹੈ। ਮੁੰਦਤ ਲੋਚਨ ਦੋਨੋਂ ਯਾਬਿਦ। ਸੋ ਦੋਵੇਂ ਨੇਤਰ ਬੰਦ ਹਨ, ਮਹਾਰਾਜ ਦੇ ਇਸ ਤਰ੍ਹਾਂ ਸ਼ੋਭਦੇ ਹਨ ਜਿਉ ਸੁਕਚੇ ਦਲ ਕੰਜ ਥੱਪ ਅਪਾਥਾ। ਜਿਵੇਂ ਕਮਲ ਦਾ ਫੁੱਲ ਸਾਧ ਸੰਗਤ ਜੀ ਪਾਣੀ ਤੋਂ ਬਿਨਾ ਅੱਖਾਂ ਬੰਦ ਕਰ ਲੈਂਦਾ, ਪੰਖੜੀਆਂ ਬੰਦ ਹੋ ਜਾਂਦੀਆਂ ਨੇ, ਅਪਾਥਾ ਮੈਨੇ ਜਲ ਤੋਂ ਬਿਨਾ। ਸੋ ਇਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਨੇਤਰ ਬੰਦ ਹਨ। ਮੇਚਕ ਸੇਤ ਸੁਕੇਸ ਮਿਲੇ। ਔਰ ਸਾਧ ਸੰਗਤ ਜੀ ਥੋੜੇ ਜਿਹੇ ਵਿੱਚ ਚਿੱਟੇ ਤੇ ਜ਼ਿਆਦਾਤਰ ਕਾਲੇ ਕੇਸ ਹਨ, ਕਿਉਂਕਿ 54 ਸਾਲ ਦੀ ਉਮਰ ਸੀ ਉਸ ਵੇਲੇ ਜਦੋਂ ਮਹਾਰਾਜ ਸ਼ਹੀਦੀ ਪ੍ਰਾਪਤ ਕੀਤੀ ਹੈ। ਸ਼ਮਸ਼ਾਨਨ ਕੇ ਸੁਭ ਸੋਭਤ ਹੈ। ਔਰ ਦਾੜੇ ਦੇ ਕੇਸ ਬੜੇ ਸੋਹਣੇ ਹਨ, ਕੁਝ ਚਿੱਟੇ ਹਨ, ਕੁਝ ਕਾਲੇ ਹਨ। ਬ੍ਰਿੰਦ ਮਸੰਦ ਬੜੇ ਸਿੱਖ ਸੇਵਕ। ਬਹੁਤ ਸਾਰੇ ਮਸੰਦ ਸਿੱਖ ਸੇਵਕ ਸੇਵਾ 'ਚ ਹਾਜ਼ਰ ਹਨ। ਏਤ ਬਿਲੋਕਨ ਲੋਭਤ ਹੈ। ਉਹ ਮਹਾਰਾਜ ਦੇ ਮੁਖ ਦੇ ਦਰਸ਼ਨ ਕਰਨਾ ਚਾਹੁੰਦੇ ਨੇ, ਵਾਰੀ ਅੱਗੇ ਆ ਕੇ। ਭੀੜ ਭਈ ਸਭ ਬੰਧਤ ਹੈ। ਕਹਿੰਦੇ ਉਸ ਵੇਲੇ ਬੜੀ ਭੀੜ ਹੋ ਗਈ, ਹਜ਼ਾਰਾਂ ਸੰਗਤਾਂ ਇਕੱਠੀਆਂ ਸਨ, ਸਾਰੇ ਚਾਹੁੰਦੇ ਸੀ ਮਹਾਰਾਜ ਦੇ ਮੁਖ ਦੇ ਦਰਸ਼ਨ ਕਰ ਲਈਏ। ਬੜ ਪ੍ਰੇਮ ਧਰੇ ਉਰ ਸ਼ੋਭਤ ਹੈ। ਮਨ ਵਿੱਚ ਬੜਾ ਪ੍ਰੇਮ ਸੀ, ਬੜਾ ਬੈਰਾਗ ਸੀ, ਮਨ ਬੜੇ ਦੁਖੀ ਸਨ ਸਿੱਖਾਂ ਦੇ। ਸਾਧਨ ਕੀਨ ਚਿਖਾ ਰਚਕੈ। ਗੁਰੂ ਮਹਾਰਾਜ ਦੀ ਚਿਖਾ ਰਚ ਕੇ ਉੱਤੇ ਫਿਰ ਸੀਸ ਟਿਕਾਇਆ ਗਿਆ ਤੇ ਉੱਤੇ ਫਿਰ ਚੰਦਨ ਦੀਆਂ ਲੱਕੜਾਂ ਪਾਈਆਂ ਗਈਆਂ। ਦੁਖ ਸੋਗ ਜਿਉ ਸੰਕਟ ਚੋਬਤ ਹੈ। ਇਹ ਦੁੱਖ, ਇਹ ਸੋਗ, ਇਹ ਸੰਕਟ ਬੜੇ ਚੋਭਾ ਮਾਰ ਰਿਹਾ ਸੀ। ਸਾਰਿਆਂ ਦੇ ਹਿਰਦੇ 'ਚ ਚੀਸਾਂ ਉੱਠ ਰਹੀਆਂ ਸਨ, ਕੋਈ ਵੀ ਹਿਰਦਾ ਉਸ ਵੇਲੇ ਸ਼ਾਂਤ ਨਹੀਂ ਸੀ। ਸਾਰੇ ਔਰੰਗਜ਼ੇਬ ਨੂੰ ਵੱਧ ਅਸੀਸਾਂ ਦੇ ਰਹੇ ਸਨ। ਚੰਦਨ ਕੀ ਚਿਖ ਪੈ ਧਰ ਦੀਨ। ਚੰਦਨ ਦੀ ਚਿਖਾ ਤੇ ਗੁਰੂ ਤੇਗ ਬਹਾਦਰ ਦਾ ਸੀਸ ਰੱਖ ਦਿੱਤਾ ਗਿਆ। ਭਏ ਮਨ ਦੀਨ ਸਬੈ ਤਿਸ ਕਾਲਾ। ਉਸ ਵੇਲੇ ਸਾਰਿਆਂ ਦੇ ਮਨ ਉਦਾਸ ਹੋ ਗਏ, ਸਾਰਿਆਂ ਦੇ ਮਨਾਂ ਵਿੱਚੋਂ ਹੌਕੇ ਨਿਕਲੇ ਹਨ। ਹੈ ਸਭ ਜਗ ਪਇਓ, ਸਾਰੀ ਦੁਨੀਆ 'ਚ ਹਾਹਾਕਾਰ ਮਚ ਗਈ ਹੈ। ਸ੍ਰੀ ਗੁਰੂ ਕੇ ਕਰ ਦੇ ਕਰ ਦਾਸਨ। ਮਹਾਰਾਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸ ਦਾ ਸੰਸਕਾਰ ਕਰਨ ਲਈ ਸੇਵਾਦਾਰਾਂ ਨੇ ਅਗਨੀ ਤਿਆਰ ਕੀਤੀ ਤੇ ਅਗਨੀ ਦੀ ਉਹ ਚੁਆਤੀ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਹੱਥ ਫੜਾ ਦਿੱਤੀ ਹੈ। ਤੀਨ ਪ੍ਰਕਾਸ਼ ਚਹੋਂ ਜਿਸ ਜਵਾਲਾ। ਮਹਾਰਾਜ ਨੇ ਪਰਿਕਰਮਾ ਕਰਕੇ ਅੰਗੀਠੇ ਦੀਆਂ ਚਾਰੇ ਪਾਸੇ ਅਗਨੀ ਲਾ ਦਿੱਤੀ ਹੈ। ਫੇਰ ਪ੍ਰਦਰਸ਼ਨ ਕੋ ਕਰਕੇ। ਫਿਰ ਮਹਾਰਾਜ ਦੇ ਸਰੀਰ ਦੀ ਅੰਗੀਠੇ ਦੀ ਪਰਿਕਰਮਾ ਕੀਤੀ ਹੈ। ਅਬ ਬੰਧਨ ਹਵੈ ਧਰ ਪ੍ਰੇਮ ਵਿਸਾਲਾ। ਔਰ ਬੜੇ ਪ੍ਰੇਮ ਨਾਲ ਪਿਤਾ ਗੁਰਦੇਵ ਦੇ ਅੰਗੀਠੇ ਨੂੰ ਮੱਥਾ ਟੇਕਿਆ ਹੈ। ਕੀਨ ਕਿਰਿਆ ਸਗਰੀ ਕਲਗੀਧਰ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਰੀ ਕਲਗੀਧਰ ਜੀ ਨੇ ਆਪ ਕਿਰਿਆ ਕੀਤੀ ਹੈ। ਤੀਰ ਇਸ਼ਨਾਨ ਕਰਿਓ ਨਰ ਜਾਲਾ। ਫਿਰ ਸਾਰਿਆਂ ਨੇ ਜਲ ਦੇ ਨਾਲ ਇਸ਼ਨਾਨ ਕੀਤਾ ਹੈ। ਤੀਰ ਸਤਦਰ ਬੈਠ ਗਏ ਸਭ। ਔਰ ਸਤਲੁਜ ਦੇ ਕੰਢੇ ਤੇ ਇਸ਼ਨਾਨ ਕਰਕੇ ਜਾ ਬੈਠੇ ਨੇ। ਗਾਏ ਗਿਰਾ ਗੁਰ ਕੀ ਸੁਖਦਾਈ। ਗੁਰੂ ਕੀ ਬਾਣੀ ਦਾ ਕੀਰਤਨ ਹੋਣ ਲੱਗਾ ਹੈ। ਗੁਰੂ ਕਲਗੀਧਰ ਜੀ ਕੀਰਤਨ ਸੁਣ ਰਹੇ ਹਨ। ਏਕ ਮਨੇ ਹੋਏ ਸ਼੍ਰਵਣ ਸੁਣੈ ਇੱਕ ਮਨ ਇੱਕ ਚਿੱਤ ਹੋ ਕੇ ਗੁਰੂ ਕੀ ਬਾਣੀ ਦਾ ਕੀਰਤਨ ਸੁਣਦੇ ਨੇ ਸਿੱਖ। ਧਿਆਨ ਧਰੈ ਗੁਰਮੂਰਤ ਭਾਈ। ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਸਰੂਪ ਦਾ ਧਿਆਨ ਧਰਦੇ ਨੇ। ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕਾ ਸ਼ਬਦ ਮੰਤਰ ਮਨ ਮਾਨ। ਗੁਰੂ ਮੂਰਤ ਦਾ ਧਿਆਨ ਧਰ ਕੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਯਾਦ ਕਰਦੇ ਨੇ। ਦੀਨ ਤਿਲਾਂਜੁਲ ਸ਼੍ਰੀ ਪਤ ਕੇ ਹਿਤ। ਔਰ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਰੀਰ ਦਾ ਸੰਸਕਾਰ ਕਰਕੇ ਤਿਲਾਂਜਲੀ ਦਿੱਤੀ ਹੈ। ਕੀਰਤਨ ਸੋਹਲੇ ਦਾ ਪਾਠ ਹੋਇਆ। ਜਿਉ ਸਭ ਰੀਤ ਚਲੀ ਜਗ ਆਈ। ਜੋ ਜਗਤ ਦੀ ਰੀਤ ਚਲੀ ਆ ਰਹੀ ਹੈ, ਗੁਰੂ ਘਰ ਦੀ ਜੋ ਮਰਜ਼ਾਦਾ ਚਲੀ ਆਉਂਦੀ ਹੈ। ਚੀਰ ਮਨੀਰ ਉਤਾਰ ਸ਼ਰੀਰ। ਕਹਿੰਦੇ ਸੋਹਣੇ ਬਸਤਰ ਉਤਾਰ ਕਰਕੇ ਧਰੇ ਪੁਨ ਔਰ ਥਰੇ ਵਿੱਚ ਆਈ। ਉਹ ਪਹਿਲੇ ਬਸਤਰ ਉਤਾਰ ਕੇ ਤੇ ਫਿਰ ਇਸ਼ਨਾਨ ਕਰਨ ਤੋਂ ਬਾਅਦ ਨਵੇਂ ਬਸਤਰ ਪਹਿਨ ਕੇ ਕਲਗੀਧਰ ਦੀ ਸਭਾ 'ਚ ਆ ਬੈਠੇ ਨੇ। ਓਹਰਾ ਸੁਨ ਕੈ ਗਾਵਤ ਸ਼ਬਦ ਕੋ ਪੁਨ ਪੌੜੀ ਤਹਿਲਾਏ। ਸ਼ਬਦ ਕੀਰਤਨ ਹੁੰਦਾ ਹੈ, ਸ਼ਬਦ ਗਾਉਂਦੇ ਨੇ, ਸ਼ਬਦ ਪੜ੍ਹਦੇ ਨੇ, ਸ਼ਬਦ ਸੁਣਦੇ ਨੇ। ਸ਼ਬਦ ਦੀ ਸਮਾਪਤੀ ਤੇ ਗੁਰੂ ਕੀ ਬਾਣੀ 'ਚੋਂ ਪੌੜੀ ਲਾਉਂਦੇ ਨੇ ਰਬਾਬੀ ਜਨ। ਭੋਗ ਪਾਏ ਅਰਦਾਸ ਕਰ ਸਭ ਹੂੰ ਸ਼ੀਸ਼ ਨਵਾਏ। ਤੇ ਭੋਗ ਪਾ ਕੇ ਅਰਦਾਸ ਕਰਕੇ ਸਾਰਿਆਂ ਨੇ ਸੀਸ ਨਿਵਾਇਆ, ਮੱਥਾ ਟੇਕਿਆ ਹੈ। ਸੋਈਆ
ਆਏ ਤਿਹਾਵਲ ਬ੍ਰਿੰਦ ਗਇਓ ਕੜਾ ਪ੍ਰਸ਼ਾਦ ਜੀ ਦੀਆਂ ਖੁੱਲੀਆਂ ਦੇਗਾਂ ਆ ਗਈਆਂ। ਵਰਤਾਏ ਦਿਓ ਸਭ ਸੰਗਤ ਮਾਹੀ ਸਾਰੀ ਸੰਗਤ ਵਿੱਚ ਉਹ ਦੇਗਾਂ ਵਰਤਾ ਦਿੱਤੀਆਂ ਗਈਆਂ। ਸ੍ਰੀ ਕਲਗੀ ਧਰ ਕੋ ਕਰ ਅਗ੍ਰਹਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਅੱਗੇ ਕਰਕੇ ਮੰਦ ਹੈ ਮੰਦ ਚਲੇ ਘਰ ਜਾਹੀ ਸੰਗਤਾਂ ਸਾਰੀਆਂ ਗੁਰੂ ਕੇ ਮਹਿਲਾਂ ਵੱਲ ਤੁਰ ਪਈਆਂ, ਘਰ ਵੱਲ ਤੁਰ ਪਈਆਂ। ਬੈਠਣ ਥਾਨ ਮਹਿ ਜਾਏ ਟਿਕੇ ਸਭ ਵਿਹੜੇ ਦੇ ਵਿੱਚ ਬਹੁਤ ਵੱਡਾ ਫਰਸ਼ ਵਿਛਾਇਆ ਗਿਆ, ਉਹਦੇ ਉੱਤੇ ਸਾਰੇ ਬੈਠ ਸ੍ਰੀ ਗਏ। ਗੁਰੂ ਕੋ ਜਸ ਦੀਰਘ ਪ੍ਰਾਹੀ ਸਾਰੇ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਵਡਿਆਈਆਂ ਦੱਸਦੇ ਨੇ, ਉਹਨਾਂ ਦੇ ਗੁਣ ਗਾਉਂਦੇ ਨੇ, ਉਹਨਾਂ ਦੇ ਜਸ ਨੂੰ ਗਾਇਨ ਕਰਦੇ ਨੇ। ਔਦ ਭਈ ਜਗ ਧੀਰ ਛਿਮਾ ਧਰ ਸਭ ਕਹਿੰਦੇ ਨੇ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਧੀਰਜ ਦੀ ਛਿਮਾ ਦੀ ਹੱਦ ਹੋਏ ਨੇ। ਇਹਨਾਂ ਤੋਂ ਵੱਧ ਕੇ ਧੀਰਜ ਵਾਲਾ, ਇਹਨਾਂ ਤੋਂ ਵੱਧ ਕੇ ਖਿਮਾ ਕਰਨ ਵਾਲਾ ਮਹਾਂਪੁਰਸ਼ ਸੰਸਾਰ ਤੇ ਕੋਈ ਨਜ਼ਰ ਨਹੀਂ ਆਉਂਦਾ। ਮਾਨ ਕਿਸੂ ਮਹਿ ਪ੍ਰਾਪਤ ਨਾਹੀ ਕਿਸੇ ਵਿੱਚ ਇਹ ਗੁਣ ਪ੍ਰਾਪਤ ਨਹੀਂ ਹਨ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਵਿੱਚ ਬੈਰਾਗ, ਪ੍ਰੇਮ, ਭਗਤੀ, ਗਿਆਨ, ਜੋਗ, ਜਪ, ਤਪ, ਸ਼ੁਭ ਗੁਣ ਸਾਰੇ ਹੀ ਸਨ। ਅਸ਼ੁਭ ਗੁਣ ਇੱਕ ਵੀ ਨਹੀਂ ਸੀ। ਗੁਣਾਂ ਦੇ ਖਜ਼ਾਨੇ ਸਨ ਗੁਰੂ ਤੇਗ ਬਹਾਦਰ ਸਾਹਿਬ ਜੀ। ਕੀਨ ਮਹਾ ਅਪਰਾਧ ਦਲੇਸ਼ਵਰ ਔਰੰਗਜ਼ੇਬ ਨੇ ਬਹੁਤ ਵੱਡਾ ਗੁਨਾਹ ਕੀਤਾ ਹੈ, ਬਹੁਤ ਵੱਡਾ ਅਪਰਾਧ ਕਰ ਲਿਆ ਜੋ ਮਹਾਂਪੁਰਸ਼ਾਂ ਨੂੰ, ਸਤਿਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ ਹੈ। ਮੂੜਮਤੀ ਦੁਖ ਦੋਜਕ ਪਾਵੈ ਇਹ ਮੂੜਮਤੀ ਔਰੰਗਜ਼ੇਬ ਨਰਕਾਂ ਦੀ ਅੱਗ ਵਿੱਚ ਦੁੱਖ ਭੋਗੇਗਾ, ਸੜੇਗਾ। ਹਿੰਦ ਕੀ ਟੇਕ ਰਖੀ ਸਰ ਦੇ ਕਰ ਗੁਰੂ ਮਹਾਰਾਜ ਜੀ ਨੇ ਹਿੰਦੂ ਧਰਮ ਦੀ ਟੇਕ ਰੱਖ ਲਈ, ਲਾਜ ਰੱਖ ਲਈ ਆਪਣਾ ਸਿਰ ਦੇ ਕੇ। ਪੂਰਬ ਕੀ ਮਿਰਜਾਦ ਜੋ ਆਵੈ ਜੋ ਪਿਛਲੀ ਪੁਰਾਤਨ ਸਨਾਤਨ ਮਰਿਆਦਾ ਚਲੀ ਆਉਂਦੀ ਸੀ, ਉਹ ਹਜ਼ਾਰਾਂ ਸਾਲਾਂ ਤੋਂ ਜਿਹੜਾ ਕਲਚਰ ਸੀ ਰਿਸ਼ੀਆਂ ਮੁਨੀਆਂ, ਦੇਵੀ ਦੇਵਤਿਆਂ, ਸਾਧੂ ਸੰਤਾਂ, ਮਹਾਂਪੁਰਸ਼ਾਂ ਦਾ, ਜਿਹਦੇ ਵਿੱਚ ਜੀਵਨ ਦੀ ਬੜੀ ਸੁਚੱਜੀ ਜਾਂਚ ਸੀ, ਉਸ ਧਰਮ ਨੂੰ ਬਚਾ ਲਿਆ ਗੁਰੂ ਸਾਹਿਬ ਜੀ ਨੇ। ਸਾਧ ਸੰਗਤ ਜੀ, ਕੁਝ ਲੋਕ ਐਸਾ ਸਮਝਦੇ ਹਨ ਵੀ ਹਿੰਦੂ ਧਰਮ ਦੇ ਵਿੱਚ ਬੜੀਆਂ ਉਣਤਾਈਆਂ ਆ ਗਈਆਂ। ਉਣਤਾਈਆਂ ਸਭ ਧਰਮਾਂ 'ਚ ਆ ਜਾਂਦੀਆਂ ਨੇ, ਪਰ ਜਿਹੜੇ ਪੁਰਾਤਨ ਰਿਸ਼ੀ ਮੁਨੀ, ਸਾਧੂ ਸੰਤ, ਮਹਾਤਮਾ ਧਰਮ ਦੀ ਆਰੰਭਤਾ ਕਰਦੇ ਨੇ, ਉਹਨਾਂ 'ਚ ਕੋਈ ਉਣਤਾਈ ਨਹੀਂ ਹੁੰਦੀ। ਉਹਨਾਂ ਦੇ ਗੁਣਾਂ ਨੂੰ ਵੇਖਣਾ ਚਾਹੀਦਾ ਹੈ। ਗੁਰੂ ਸਾਹਿਬ ਨੇ ਉਹਨਾਂ ਦਾ ਧਰਮ ਬਚਾਇਆ ਜਿਹੜੇ ਬੰਦੇ ਜਪੀ ਤਪੀ ਮਹਾਂਪੁਰਸ਼, ਰਿਸ਼ੀ ਮੁਨੀ ਅਵਤਾਰ, ਵਸ਼ਿਸ਼ਟ ਮੁਨੀ ਵਰਗੇ ਬ੍ਰਹਮ ਗਿਆਨੀ ਧਰਤੀ ਤੇ ਹੋਏ ਨੇ, ਜਿਨ੍ਹਾਂ ਨੇ ਵੇਦਾਂ ਦਾ, ਉਪਨਿਸ਼ਦਾਂ ਦਾ, ਗੀਤਾ ਦਾ ਗਿਆਨ ਲੋਕਾਂ ਨੂੰ ਦਿੱਤਾ ਸੀ। ਠੀਕ ਹੈ, ਅੱਜ ਦੇ ਹਿੰਦੂ ਸਮਾਜ ਵਿੱਚ ਉਹ ਗੱਲਾਂ ਨਹੀਂ ਹਨ, ਪਰ ਫਿਰ ਵੀ ਮਹਾਰਾਜ ਨੇ ਉਹਨਾਂ ਗ੍ਰੰਥਾਂ ਦੀ, ਉਸ ਧਰਮ ਦੀ ਸੁਰੱਖਿਆ ਕਰ ਲਈ ਤੇ ਉਹ ਕਲਚਰ ਬਚਾ ਲਿਆ। ਜੇ ਕਿਤੇ ਗੁਰੂ ਸਾਹਿਬ ਮਹਾਰਾਜ ਧਰਮ ਦੀ ਰਾਖੀ ਲਈ ਆਪਣਾ ਬਲੀਦਾਨ ਨਾ ਦਿੰਦੇ, ਅੱਜ ਸਾਰੇ ਪਾਸੇ ਹੀ ਛਾਏ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ ਹੋਵਤੀ ਕੁਚੀਲਤਾ ਕਤੇਬਨ ਕੁਰਾਨ ਕੀ पाप ही परपक जाते धर्म तसक जाते वर्ण गरक जाते साहित्य विधान की देवी देव देव रे संतोख सिंह दूर होते रीत मिट जाती कथा वेदन पुराण की श्री गुरु गोबिंद सिंह पावन परम सूर मूर्त न होती जो पै करुणा निधान की। सतगुरु जी ने अपने शीश का बलिदान दे के ਭਾਰਤ ਵਰਸ਼ ਦੀ ਲਾਜ ਰੱਖ ਲਈ ਹੈ। ਨਾਹੇ ਤਾਂ ਵੇਦ ਪੁਰਾਣ ਜੇ ਤੀਰਥ ਨਹੀਂ ਤਾਂ ਜਿਹੜੇ ਵੇਦ ਪੁਰਾਣ ਤੀਰਥ ਸਥਾਨ ਹਨ ਦੇਵਨ ਦਿਹਰੇ ਰੀਤ ਮਿਟਾਵੇ ਦੇਵਤਿਆਂ ਦੀ ਤੇ ਦੇਵਤਿਆਂ ਦੇ ਮੰਦਰਾਂ ਦੀ ਕਥਾ ਕੀਰਤਨ ਦੀ ਸਾਰੀ ਮਰਿਆਦਾ ਮਿਟ ਜਾਣੀ ਸੀ। ਜੇ ਉਹ ਹਿੰਦੂਆਂ ਨੂੰ ਖਤਮ ਕਰਦੇ ਜੈਨੀਆਂ ਨੂੰ ਕਿਹੜਾ ਛੱਡਣਾ ਸੀ, ਬੋਧੀਆਂ ਨੂੰ ਕਿਹੜਾ ਛੱਡਣਾ ਸੀ, ਸਿੱਖਾਂ ਨੂੰ ਕਿਹੜਾ ਛੱਡਣਾ ਸੀ, ਸਾਰੇ ਧਰਮ ਉਹਨਾਂ ਨੇ ਸਮੇਟ ਦੇਣੇ ਸਨ। ਇਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਧਰਮ ਦੀ ਲਾਜ ਰੱਖ ਲਈ ਹੈ। ਸ਼੍ਰੀ ਗੁਰਦੇਵ ਬਿਨਾ ਹੋਏ ਕੌਣ, ਸਤਿਗੁਰੂ ਤੇਗ ਬਹਾਦਰ ਸਾਹਿਬ ਤੋਂ ਬਿਨਾ ਹੋਰ ਐਸਾ ਕੌਣ ਮਹਾਂਪੁਰਸ਼ ਹੋ ਸਕਦਾ ਸੀ ਜਿਹੜਾ ਇਸ ਧਰਮ ਨੂੰ ਬਚਾ ਲੈਂਦਾ। ਜੋ ਪ੍ਰਾਣ ਕੋ ਦੇ ਜਗ ਧਰਮ ਟਿਕਾਵੇ ਜਿਹੜਾ ਆਪਣੇ ਪ੍ਰਾਣਾਂ ਦੀ ਆਹੁਤੀ ਦੇ ਕੇ ਸੰਸਾਰ ਵਿੱਚ ਧਰਮ ਨੂੰ ਟਿਕਾ ਲਿਆ, ਧਰਮ ਦੀ ਹੋਂਦ ਰੱਖ ਲਈ। ਧੰਨ ਸਦਾ ਗੁਰੂ ਤੇਗ ਬਹਾਦਰ, ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਧੰਨ ਹਨ। ਕੀਨ ਬਹਾਦਰੀ ਰਾਖ ਦਿਖਾਏ ਜੋ ਉਹਨਾਂ ਦਾ ਨਾਮ ਹੀ ਤੇਗ ਬਹਾਦਰ ਸੀ, ਉਹਨਾਂ ਨੇ ਬਹਾਦਰੀ ਕੀਤੀ ਹੈ
ਜ਼ਾਲਮ ਦੀ ਤੇਗ ਆਪਣੀ ਧੌਣ ਤੇ ਸਹਾਰ ਕੇ ਧਰਮ ਨੂੰ ਟਿਕਾ ਲਿਆ ਹੈ। ਜੋ ਪੁਰਤੇ ਸਿੱਖ ਸੀਸ ਕੋ ਲਿਆਇਵ, ਜਿਹੜਾ ਸਿੱਖ ਦਿੱਲੀ ਤੋਂ ਸੀਸ ਲੈ ਕੇ ਆਇਆ ਸੀ, ਬੂਝਤ ਤਾਹੇ ਸਮੀਪ ਬਿਠਾਏ। ਉਸ ਭਾਈ ਜੈਤੇ ਨੂੰ ਕੋਲ ਬਿਠਾ ਕੇ 10ਵੇਂ ਪਾਤਸ਼ਾਹ ਪੁੱਛਣ ਲੱਗੇ, ਕਿਉਂ ਕਰ ਤੋਹੇ ਕੋ ਪ੍ਰਾਪਤ ਭਾਕਿਨ। 10 ਭਾਈ ਜੈਤਿਆ, ਤੈਨੂੰ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਕਿੱਥੋਂ ਲੱਭਾ, ਕਿਵੇਂ ਮਿਲਿਆ? ਕਿਨਹੂ ਨ ਭਿਖਿਓ ਨ ਕਹੂੰ ਅਟਕਾਏ। ਤੈਨੂੰ ਕਿਸੇ ਨੇ ਵੇਖਿਆ ਨਹੀਂ, ਤੈਨੂੰ ਕਿਸੇ ਨੇ ਰਾਹ 'ਚ ਰੋਕਿਆ ਨਹੀਂ। ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਤੂੰ ਕਿਵੇਂ ਲੈ ਕੇ ਆ ਗਿਆ ਦਿੱਲੀ ਤੋਂ? ਰਾਖੇ ਖਰੇ ਗਨ ਹੋਏ ਸੁਚੇਤ। ਕਿਉਂਕਿ ਤੁਰਕਾਂ ਦੇ ਪਹਿਰੇ ਲੱਗੇ ਹੋਣੇ ਨੇ, ਬੜੇ ਭਾਰੀ ਸਖਤ ਸੁਚੇਤ ਹੋ ਕੇ ਪਹਿਰੇਦਾਰ ਪਹਿਰਾ ਦੇ ਰਹੇ ਸਨ। ਅਚੇਤ ਭਏ ਕਿਮ ਦੇਹੁ ਬਤਾਏ। ਉਹ ਕਿਵੇਂ ਅਚੇਤ ਹੋ ਗਏ? ਕਿਵੇਂ ਤੈਨੂੰ ਉਹਨਾਂ ਨੇ ਸੀਸ ਚੁੱਕਣ ਦਿੱਤਾ? ਤੈਨੂੰ ਦੇਖਿਆ ਨਹੀਂ, ਤੈਨੂੰ ਫੜਿਆ ਨਹੀਂ, ਇਹਦਾ ਕੀ ਕਾਰਨ ਹੈ? ਹਾਥ ਕੋ ਜੋਰ ਬਖਾਨ ਕਰਿਓ। ਹੱਥ ਜੋੜ ਕੇ ਭਾਈ ਜੈਤਾ ਕਹਿਣ ਲੱਗਾ ਗੁਰਦੇਵ ਸਹਾਏ ਤੇ ਕਾਜ ਸਰੇ। ਕਿ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਹਾਇਤਾ ਨਾਲ ਇਹ ਕੰਮ ਹੋਇਆ ਹੈ, ਉਹਨਾਂ ਦੀ ਕਿਰਪਾ ਹੋਈ ਹੈ, ਉਹਨਾਂ ਨੇ ਆਪ ਮੇਰੀ ਸਹਾਇਤਾ ਕੀਤੀ ਹੈ। ਸੀਸ ਉਡਿਓ ਧਰ ਤੇ ਜਬ ਹੀ। ਜਦੋਂ ਮਹਾਰਾਜ ਦਾ ਸੀਸ ਧੜ ਨਾਲੋਂ ਵੱਖਰਾ ਹੋ ਕੇ ਉੱਡਿਆ, ਬਹੁਤ ਧੂੜ ਉੱਡੀ ਸਭ ਨੈਣ ਪਰੇ। ਉਸ ਵੇਲੇ ਨਾਲ ਹੀ ਹਨੇਰੀ ਚੱਲ ਗਈ, ਨਾਲ ਹੀ ਧੂੜ ਗਰਦਾ ਗੁਬਾਰ ਮਿੱਟੀ ਕੱਟਾ ਕੰਕਰ ਪੱਥਰ ਉੱਡਣ ਲੱਗ ਪਏ। ਲੋਕਾਂ ਦੀਆਂ ਅੱਖਾਂ 'ਚ ਪੈ ਗਿਆ ਘਟਾ। ਨਾਹੀ ਕਿਨੂੰ ਅਵਲੋਕਨ ਕੀਨ। ਕੋਈ ਨਹੀਂ ਦੇਖ ਸਕਿਆ। ਮੈਂ ਉੱਥੋਂ ਗੁਰੂ ਸਾਹਿਬ ਦਾ ਸੀਸ ਲੈ ਕੇ ਟੋਕਨ ਟੋਕ ਕਰੀ ਕਿਨਹੂ ਪੁਰ। ਕਿਸੇ ਨੇ ਦਿੱਲੀ 'ਚ ਮੈਨੂੰ ਰੋਕਿਆ ਟੋਕਿਆ ਨਹੀਂ, ਤਿਆਗਤ ਆਪਣੇ ਪੰਥ ਸਿਧਾਇਓ। ਤੇ ਮੈਂ ਦਿੱਲੀ ਸ਼ਹਿਰ ਨੂੰ ਛੱਡ ਕੇ ਇੱਧਰ ਨੂੰ ਅਨੰਦਪੁਰ ਸਾਹਿਬ ਨੂੰ ਆ ਗਿਆ। ਸੋ ਪਛਾਤ ਲਗੇ ਸਭ ਖੋਜਣ। ਮੇਰੇ ਤੋਂ ਬਾਅਦ ਉਹਨਾਂ ਨੇ ਬੜੀ ਖੋਜ ਕੀਤੀ ਹੈ, ਬੜੀ ਭਾਲ ਕੀਤੀ ਸੀਸ ਦੀ। ਹੋਤ ਅਚੰਬ ਨਹੀਂ ਜਬ ਪਾਇਓ। ਪਰ ਹੈਰਾਨ ਸਨ ਵੀ ਸੀਸ ਪਤਾ ਨਹੀਂ ਕਿੱਥੇ ਚਲਾ ਗਿਆ। ਤੁਰਕ ਲੱਭ ਲੱਭ ਪਚ ਮਰ ਗਏ। ਲੇ ਗਮਨਿਓ ਅਨੁਮਾਨ ਕਰਿਓ ਤਿਨ। ਜਦੋਂ ਉਹਨਾਂ ਨੇ ਅੰਦਾਜ਼ਾ ਲਾਇਆ ਵੀ ਕੋਈ ਸੀਸ ਲੈ ਗਿਆ ਹੈ, ਤੋ ਸਵਾਰਨ ਬ੍ਰਿੰਦ ਚੜਾਇਓ। ਤਾਂ ਉਹਨਾਂ ਨੇ ਬਹੁਤ ਸਾਰੇ ਘੋੜ ਸਵਾਰ ਵੀ ਦੜਾਏ। ਚਾਰੇ ਪਾਸੇ ਸਾਰੀਆਂ ਸੜਕਾਂ ਤੇ ਗਲੀਆਂ ਬਾਜ਼ਾਰਾਂ 'ਚ ਸਿਪਾਹੀਆਂ ਨੇ ਤਲਾਸ਼ੀ ਲਈ। ਆਨ ਮਿਲੇ ਮੁਝ ਕੇ ਤਕ ਦੂਰ। ਮੈਨੂੰ ਵੀ ਕੁਝ ਦੂਰੀ ਤੇ ਆ ਕੇ ਮਿਲੇ ਹਨ। ਰਖਿਓ ਤਿਨ ਕੋ ਮਨ ਮੈਂ ਡਰ ਪਾਇਓ। ਉਹਨਾਂ ਨੂੰ ਵੇਖ ਕੇ ਮੈਂ ਆਪਣੇ ਮਨ 'ਚ ਡਰ ਗਿਆ ਵੀ ਇਹ ਮੇਰੇ ਤੋਂ ਮਹਾਰਾਜ ਦਾ ਸੀਸ ਨਾ ਖੋਹ ਲੈਣ। ਮਾਰਗ ਮੈਂ ਸਕਟੇ ਗਮਨੈ। ਕਹਿੰਦੇ ਰਸਤੇ ਵਿੱਚ ਗੱਡੇ ਜਾ ਰਹੇ ਸਨ। ਇੱਕ ਮੈਂ ਸੀਸ ਗੁਰੂ ਕੋ ਟਿਕਾਇਓ। ਮੈਂ ਇੱਕ ਗੱਡੇ ਦੇ ਵਿੱਚ ਗੁਰੂ ਸਾਹਿਬ ਦਾ ਸੀਸ ਵਾਲਾ ਟੋਕਰਾ ਰੱਖ ਦਿੱਤਾ ਤੇ ਆਪ ਨਾਲ ਪੈਦਲ ਤੁਰਨ ਲੱਗ ਪਿਆ। ਸੇ ਸਵਾਰ ਵੱਡੇ ਤਰਜੈ। ਉਹ ਜਿਹੜੇ ਸਵਾਰ ਸਨ ਆ ਕੇ ਸਾਨੂੰ ਸਾਰਿਆਂ ਨੂੰ ਤਾੜਨਾ ਕਰਨ ਲੱਗੇ। ਅਵਲੋਕਤ ਖੋਜਤ ਜੋ ਨਰ ਪਾਇਓ। ਜਿਹੜਾ ਵੀ ਬੰਦਾ ਮਿਲਦਾ ਸੀ ਉਹਨੂੰ ਪੁੱਛਦੇ ਸਨ, ਉਹਦੀ ਖੋਜ ਕਰਦੇ ਸਨ। ਕੋ ਆਨ ਕਹਿਓ ਫਿਰ ਹੋਵੋ। ਮੈਨੂੰ ਰੋਕ ਲਿਆ ਉਹਨਾਂ ਨੇ, ਕਹਿੰਦੇ ਖੜ ਜਾ, ਤੂੰ ਕੌਣ ਹੈ? ਦੇਖਤ ਭੇ ਪਟ ਕੋ ਛੁਟਕਾਇਓ। ਉਹਨਾਂ ਨੇ ਮੇਰੇ ਕੱਪੜੇ ਲਾ ਕੇ ਮੇਰੀ ਤਲਾਸ਼ੀ ਲਈ ਵੀ ਕਿਤੇ ਗੁਰੂ ਦਾ ਸੀਸ ਲੁਕਾਇਆ ਤਾਂ ਨਹੀਂ ਹੋਇਆ ਕਿਸੇ ਕੱਪੜੇ ਵਿੱਚ। ਫੇਰ ਲਗੇ ਸਕਟੇ ਅਵਲੋਕਨ। ਫਿਰ ਉਹ ਗੱਡਿਆਂ ਨੂੰ ਰੋਕ ਕੇ ਗੱਡਿਆਂ ਦੀ ਤਲਾਸ਼ੀ ਲੈਣ ਲੱਗ ਪਏ, ਰੇੜਿਆਂ ਦੀ ਤਲਾਸ਼ੀ ਲਈ। ਰੋਕ ਖਰੇ ਕਰ ਖੋਜਣ ਲਾਗੇ। ਉਹ ਲੋਕ ਕੇ ਸਾਰੇ ਗੱਡੇ ਰੇੜੇ ਲੱਭਣ ਲੱਗ ਪਏ। ਪਾਛਲ ਕੋ ਜਬ ਦੇਖਤ ਭੇਤ। ਜਦੋਂ ਪਿਛਾਂ ਨੂੰ ਵੇਖਦੇ ਸਨ ਤਬ ਸੀਸ ਗਇਓ ਜੋ ਹਤੋ ਸਭ ਆਗੇ। ਤਾਂ ਮਹਾਰਾਜ ਦਾ ਸੀਸ ਅਗਲੇ ਗੱਡੇ ਵਿੱਚ ਚਲਾ ਜਾਂਦਾ ਸੀ। ਜੇ ਉਹ ਪਿਛਲੇ ਗੱਡੇ 'ਚ ਆਉਂਦੇ ਸੀ, ਮਹਾਰਾਜ ਦਾ ਸੀਸ ਅਗਲੇ ਗੱਡੇ 'ਚ, ਅਗਲੇ ਗੱਡੇ ਜਾਂਦੇ ਸੀ, ਮਹਾਰਾਜ ਦਾ ਸੀਸ ਪਿਛਲੇ ਗੱਡੇ 'ਚ ਗੁਪਤ ਹੋ ਜਾਂਦਾ ਸੀ। ਭਾਵ ਤੁਰਕਾਂ ਨੂੰ ਨਹੀਂ ਲੱਭਿਆ। ਨਾਹਨ ਪ੍ਰਾਪਤ ਭਾਜਬ ਹੂੰ। ਜਦੋਂ ਤੁਰਕਾਂ ਨੂੰ ਸੀਸ ਨਹੀਂ ਮਿਲਿਆ ਤਬ ਆਗਲੇ ਹੀਰਨ ਕੋ ਨ ਰਾਖੇ। ਤਾਂ ਅਗਲੇ ਗੱਡੇ ਵੇਖਣ ਲਈ ਦੌੜੇ ਹਨ। ਪਾਛਲ ਮੈਂ ਪੁਨ ਆਏ ਗਇਓ ਸਿਰ। ਫਿਰ ਮਹਾਰਾਜ ਦਾ ਸੀਸ ਪਿਛਲੇ ਗੱਡੇ 'ਚ ਆ ਗਿਆ। ਹਾਰ ਪਰੇ 60 ਸੋ ਇਮ ਠਾਗੇ। ਏਦਾਂ ਮੂਰਖ ਹਾਰ ਗਏ, ਪਰ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਵਾਪਸ ਨਹੀਂ ਲਿਜਾ ਸਕੇ। ਦੋਹਰਾ ਗੁਰ ਸਿਰ ਇਕ ਮੋ ਕਹੋ ਦੇਖਤ ਅਪਰ ਨ ਦੇਖਤ ਕੋਏ। ਗੁਰੂ ਸਾਹਿਬ ਦੇ ਸੀਸ ਦੇ ਸਿਰਫ ਮੈਨੂੰ ਹੀ ਦਰਸ਼ਨ ਹੁੰਦੇ ਸਨ, ਹੋਰ ਕਿਸੇ ਨੂੰ ਨਹੀਂ। ਖੋਜ ਹਟੇ ਨਰ ਪੰਥ ਕੋ ਗਮਨੇ ਪੁਰ ਨਿਜ ਸੋਏ। ਕਹਿੰਦੇ ਸਾਰਾ ਰਾਹ ਲੱਭ ਕੇ ਸਾਰੀ ਭਾਲ ਕਰਕੇ ਤਲਾਸ਼ੀਆਂ ਲੈ ਕੇ ਵਾਪਸ ਚਲੇ ਗਏ, ਪਰ ਮਹਾਰਾਜ ਦਾ ਸੀਸ ਉਹਨਾਂ ਤੁਰਕਾਂ ਨੂੰ ਨਸੀਬ ਨਹੀਂ ਹੋਇਆ। ਇਹ ਦਿਖਣ ਤੇ ਰਹਿ ਗਏ। ਜਦੋਂ ਉਹ ਚਲੇ ਗਏ,
ਭਾਵ ਮੈਨੂੰ ਨਜ਼ਰੋਂ ਆਣੋਂ ਹਟ ਗਏ ਤਬ ਮੈਂ ਸੀਸ ਸੰਭਾਰ ਤਾਂ ਮੈਂ ਗੁਰੂ ਸਾਹਿਬ ਦੇ ਸੀਸ ਦੀ ਸੰਭਾਲ ਕਰਕੇ ਵਸਤਰਾਂ ਵਿਖੈ ਲਪੇਟ ਕੇ ਵਸਤਰਾਂ ਵਿੱਚ ਲਪੇਟ ਕੇ ਇਹਨੋਂ ਨਿਜ ਸਿਰ ਧਾਰ ਮਹਾਰਾਜ ਦਾ ਸੀਸ ਆਪਣੇ ਸੀਸ ਤੇ ਰੱਖ ਲਿਆ। ਸ਼ਰਮਤ ਭਇਓ ਨਹਿ ਮਗ ਵਿਖੈ ਰਸਤੇ 'ਚ ਮੈਂ ਥੱਕਿਆ ਨਹੀਂ ਹਾਂ, ਇਸ ਮੈਂ ਨਹਿ ਡਰ ਪਾਏ ਰਸਤੇ 'ਚ ਕੋਈ ਡਰ ਨਹੀਂ ਮੰਨਿਆ। ਹੋਏ ਨਿਸੰਕ ਇੱਕ ਮਨ ਚਲਿਓ ਨਿਸ਼ੰਕ ਹੋ ਕੇ ਇੱਕ ਮਨ ਇੱਕ ਚਿੱਤ ਹੋ ਕੇ ਗੁਰੂ ਜੀ ਮੈਂ ਤੁਹਾਡੇ ਵੱਲ ਅਨੰਦਪੁਰ ਸਾਹਿਬ ਵੱਲ ਚੱਲ ਪਿਆ। ਤੋ ਹੁਕਮ ਜਿਸ ਭਾਏ ਜਿਵੇਂ ਆਪ ਜੀ ਦਾ ਹੁਕਮ ਸੀ, ਜਿਵੇਂ ਨੌਵੇਂ ਪਾਤਸ਼ਾਹ ਨੇ ਮੈਨੂੰ ਕਿਹਾ ਸੀ, ਉਹੇ ਸਮਝਾਇਓ ਜਿਮ ਗੁਰੂ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਨੇ ਮੈਨੂੰ ਸਮਝਾਇਆ ਸੀ, ਬਿਨ ਸੰਕਾ ਤਿਮਕੀਨ ਮੈਂ ਬਿਨਾਂ ਸ਼ੰਕਾ ਉਸੇ ਤਰ੍ਹਾਂ ਹੀ ਕੀਤਾ। ਭਏ ਸਹਾਇਕ ਆਪ ਹੀ ਆਪ ਹੀ ਗੁਰੂ ਤੇਗ ਬਹਾਦਰ ਸਾਹਿਬ ਮੇਰੇ ਸਹਾਈ ਹੋਏ। ਇਕ ਜਸ ਮੋਹ ਕਹੁ ਦੀਨ ਮੈਨੂੰ ਤਾਂ ਸਿਰਫ ਜਸ ਹੀ ਦਿੱਤਾ ਹੈ, ਕਰਨਾ ਤੇ ਉਹਨਾਂ ਨੇ ਆਪ ਹੀ ਸੀ, ਆਪ ਹੀ ਕਰ ਲਿਆ ਹੈ। ਪਹੁੰਚਾਇਓ ਤਹ ਤੇ ਨਿਕਸ ਉਥੋਂ ਮੈਂ ਲੈ ਕੇ ਸੀਸ ਇੱਥੇ ਪਹੁੰਚਾ ਦਿੱਤਾ ਹੈ। ਰਾਖੇ ਖਰੇ ਅਨੇਕ ਬੜੇ ਰਾਖੇ ਪਹਿਰੇਦਾਰ ਖੜੇ ਸਨ, ਤਿਲਕ ਜਨੇਊ ਹਿੰਦ ਕੀ ਤਿਲਕ ਦੀ ਜਨੇਊ ਦੀ ਹਿੰਦ ਧਰਮ ਦੀ ਰਾਖੀ ਸਤਿਗੁਰ ਟੇਕ ਸਤਿਗੁਰੂ ਜੀ ਨੇ ਲਾਜ ਰੱਖ ਲਈ ਹੈ। ਤਿਲਕ ਜੰਜੂ ਰਾਖਾ ਪ੍ਰਭਤਾ ਕਾ ਕੀਨੋ ਬੜੋ ਕਲੂ ਮੈਂ ਸਾਕਾ। ਹਾਂਜੀ, ਖਲ ਹਲ ਦਿੱਲੀ ਮੂੰ ਪਰਿਓ ਦਿੱਲੀ 'ਚ ਬੜੀ ਖਲਬਲੀ ਮਚ ਗਈ ਹੈ, ਮੋਕੋ ਸੁਧ ਕਛ ਨਾਹੀ ਉਹਦਾ ਮੈਨੂੰ ਕੋਈ ਪਤਾ ਨਹੀਂ। ਬੂਝੋ ਨੀਕੇ ਕਰ ਤਿਸੈ ਮਹਾਰਾਜ ਆਪ ਜੀ ਪਤਾ ਕਰ ਲੈਣਾ। ਤਹ ਤੇ ਆਏ ਜੋ ਪ੍ਰਾਜ ਜਿਹੜਾ ਦਿੱਲੀ ਤੋਂ ਕੋਈ ਸਿੱਖ ਆ ਕੇ ਦੱਸੇਗਾ, ਦਿੱਲੀ ਦੀ ਹਾਲਤ ਉਹ ਹੀ ਜਾਣਦਾ ਹੈ। ਮੈਂ ਤਾਂ ਜੋ ਸੁਣਿਆ ਉਹ ਆਪ ਜੀ ਨੂੰ ਦੱਸ ਰਿਹਾ ਹਾਂ। ਇਤਨੇ ਬਚਨ ਪ੍ਰਵਾਨ ਕਰਨੇ, ਹੇ ਗੋਬਿੰਦ।